ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਜੀ ਬਿਲਕੁਲ ਠੀਕ ਠਾਕ ਹੋਵੋਗੇ। ਵੈਸੇ ਅੱਜ ਖਿਆਲ ਜ਼ਿਆਦਾ ਰੱਖਣਾ ਪਵੇਗਾ ਤੁਹਾਨੂੰ ਸਾਰਿਆਂ ਨੂੰ ਆਪਣਾ, ਕਿਉਂਕਿ ਰੇਨਫਾਲ ਵਾਰਨਿੰਗ ਜਿਹੜੀ ਉਹ ਦਿੱਤੀ ਗਈ ਹੈ। ਅਸੀਂ ਸਾਰਿਆਂ ਨੇ ਦੇਖਿਆ ਵੀ ਤਕਰੀਬਨ ਅੱਧੀ ਰਾਤ ਤੋਂ ਕਾफ़ੀ ਜ਼ਿਆਦਾ ਬਾਰਿਸ਼ ਹੋ ਰਹੀ ਹੈ। ਹੁਣ ਦਿਨ ਚੜ੍ਹੇ ਤੱਕ ਵੀ ਬਾਰਿਸ਼ ਕਾफ़ੀ ਜ਼ਿਆਦਾ ਹੋ ਰਹੀ ਹੈ ਔਰ ख़ास ਤੌਰ 'ਤੇ ਲੋਅਰ ਮੇਨਲੈਂਡ ਦੇ ਜਿਹੜਾ ਏਰੀਆ ਹੈ ਇੱਥੇ ਕਿਹਾ ਜਾ ਰਿਹਾ ਵੀ ਸ਼ਾਮ ਤੱਕ ਤਕਰੀਬਨ ਇੱਦਾਂ ਹੀ ਇਸੇ ਰਫ਼ਤਾਰ ਦੇ ਨਾਲ ਜਿਹੜਾ ਉਹ ਮੀਂਹ ਪੈਂਦਾ ਰਹੇਗਾ। ਕਈ ਇਲਾਕੇ ਅਲਰਟ 'ਤੇ ਵੀ ਕੀਤੇ ਗਏ ਨੇ ਔਰ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਵੀ ਇਹ ਜਿਹੜਾ ਰੇਨਫਾਲ ਸ਼ੁਰੂ ਹੋਇਆ ਹੈ ਇਹ ਥੋੜ੍ਹਾ ਭਿਆਨਕ ਹੋ ਸਕਦਾ ਹੈ, ਤੂਫਾਨ ਵੀ ਆ ਸਕਦਾ ਹੈ ਔਰ ਇਹਦੇ ਵਿੱਚ ਹਵਾਵਾਂ ਕਾफ़ੀ ਤੇਜ਼ ਗਤੀ ਦੇ ਨਾਲ ਚੱਲਣਗੀਆਂ, ਜਿਹਦੇ ਕਰਕੇ ਪਾਣੀ ਦਾ ਵਹਾਅ ਜਿਹੜਾ ਉਹ ਵੀ ਉਥਲ ਪੁਥਲ ਵਾਲਾ ਰਹੇਗਾ ਔਰ ਵੱਧ ਵੀ ਸਕਦਾ ਹੈ ਜਿਹੜਾ ਪਾਣੀ ਦਾ ਵਹਾਅ। ਸੋ ਇਸੇ ਲਈ ਇਹ ਤਾਕੀਦ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਪਾਣੀਆਂ ਤੋਂ ਅੱਜ ਦੂਰ ਰਹੋ, ਪਾਣੀ ਦੇ ਵਿੱਚ ਨਾ ਜਾਇਓ ਔਰ ਨਾ ਸਿਰਫ ਇਨਸਾਨ ਬਲਕਿ ਜਿਹੜੇ ਜਾਨਵਰ ਹੈ ਉਹ ਵੀ ਪਾਣੀ ਤੋਂ ਦੂਰ ਹੀ ਰੱਖੇ ਜਾਣ, ਕਿਉਂਕਿ ਤੇਜ਼ ਹਵਾਵਾਂ ਕਾਰਨ ਕੋਈ ਵੀ ਹਾਦਸਾ ਹੋ ਸਕਦਾ ਹੈ। ਸੋ ਇਹ ਕੋਸ਼ਿਸ਼ ਕਰਿਓ ਕਿ ਪਾਣੀ ਤੋਂ ਦੂਰ ਹੀ ਰਹੋ। ਪਾਣੀ ਦਾ ਵਹਾਅ ਅੱਜ ਵਧੇਗਾ ਕਾफ़ੀ ਔਰ ਸ਼ਾਮ ਤੱਕ ਬਾਰਿਸ਼ ਰਹਿਣੀ ਹੈ। ਕੰਮਾਂ ਕਾਰਾਂ 'ਤੇ ਆਪਣੇ ਨਿਕਲ ਰਹੇ ਹੋ, ਜਾ ਰਹੇ ਹੋ, ਸੋ ਆਪਣੇ ਜਿਹੜਾ ਛਤਰੀ ਜਾਂ ਕੋਈ ਵੀ ਹੋਰ ਚੀਜ਼ਾਂ ਹੈਗੀਆਂ ਪ੍ਰੀਕਾਸ਼ਨਸ ਦੀਆਂ ਤੁਹਾਡੀਆਂ ਉਹ ਨਾਲ ਲੈ ਕੇ ਜਾਇਓ ਤਾਂ ਕਿ ਆਪਣੀ ਸਿਹਤ ਨੂੰ ਠੀਕ ਰੱਖ ਸਕੋ। ਔਰ ਵੈਸੇ ਵੀ ਇਹ ਕਹਿ ਸਕਦੇ ਹਾਂ ਵੀ ਇੱਕ ਦਸਤਕ ਦੇ ਦਿੱਤੀ ਹੈ ਸਰਦੀ ਨੇ, ਜਿਹੜੀ ਕਿ ਸ਼ੁਰੂਆਤ ਜਿਹੜੀ ਹੈ ਹੋਣ ਜਾ ਰਹੀ ਹੈ, ਜਿਹਦੇ ਕਰਕੇ ਬਾਰਿਸ਼ ਵੀ ਕਾफ़ੀ ਜ਼ਿਆਦਾ ਤੇਜ਼ ਹੈ। ਸੋ ਇਹ ਤਾਂ ਹੈਗੀਆਂ ਨੇ ਮੌਸਮ ਦੇ ਨਾਲ ਜੁੜੀਆਂ ਸਰਗਰਮੀਆਂ। ਜਿਹੇ ਦੇ ਵਿੱਚ ਸਿਆਸੀ ਮੌਸਮ ਜਿਹੜਾ ਹੈ ਉਹਦਾ ਪਾਰਾ ਵੀ ਕਾफ़ੀ ਉਥਲ ਪੁਥਲ ਵਾਲਾ ਚੱਲ ਰਿਹਾ ਹੈ। ਇੱਕ ਪਾਸੇ ਜਿੱਥੇ ਸਾਰੀਆਂ ਪਾਰਟੀਆਂ ਵੱਡੇ ਵੱਡੇ ਐਲਾਨ ਕਰ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ, ਹੁਣ ਤਾਂ ਮਹਿਜ਼ ਸਿਰਫ 3 ਦਿਨ ਹੀ ਬਚੇ ਨੇ, ਸੈਟਰਡੇ ਸੰਡੇ ਔਰ ਮੰਡੇ ਤਾਂ ਵੈਸੇ ਵੋਟਿੰਗ ਵਾਲਾ ਹੀ ਦਿਨ ਹੈ, ਉਹਨੂੰ ਆਪਾਂ ਵਿੱਚ ਨਹੀਂ ਕਾਊਂਟ ਕਰਦੇ। ਸੋ ਕਹਿ ਸਕਦੇ ਹਾਂ ਵੀ 2 ਹੀ ਦਿਨ ਬਚੇ ਨੇ। 2 ਦਿਨਾਂ ਦੇ ਵਿੱਚ ਸੋਚ ਵਿਚਾਰ ਆਪਣਾ ਕਰੋ ਕਿ ਆਖਿਰਕਾਰ ਕਿਹੜੀ ਪਾਰਟੀ ਤੁਹਾਡੇ ਬਾਰੇ ਸੋਚਦੀ ਹੈ ਤੇ ਤੁਸੀਂ ਜਿਹੜੀ ਵੋਟ ਕਿਹਨੂੰ ਭੁਗਤਾਉਣੀ ਹੈ। ਪਰ ਵੋਟ ਪਾਉਣ ਲਈ ਘਰੋਂ ਨਿਕਲਿਓ ਜ਼ਰੂਰ ਆਪਣੀ ਵੋਟ ਜਿਹੜੀ ਆ ਉਹ ਭੁਗਤਾ ਕੇ ਆਇਓ। ਸੋ ਸਿਆਸੀ ਹਲਚਲ ਦੇ ਵਿੱਚ ਦੱਸ ਦਈਏ ਧੜਾ ਧੜ ਸਰਵੇ ਹੋ ਰਹੇ ਨੇ। ਸਰਵੇ ਦੇ ਵਿੱਚ ਕਦੀ ਕੰਜ਼ਰਵੇਟਿਵ ਅੱਗੇ ਜਾ ਰਹੀ ਹੈ ਤੇ ਕਦੀ ਲਿਬਰਲ। ਸੋ ਕਹਿ ਸਕਦੇ ਹਾਂ ਵੀ ਸਾਫ਼ ਤੌਰ 'ਤੇ ਜਿਹੜਾ ਮੁਕਾਬਲਾ ਹੈ ਉਹ ਲਿਬਰਲ ਤੇ ਕੰਜ਼ਰਵੇਟਿਵ ਦਾ ਦੇਖਿਆ ਜਾ ਰਿਹਾ। ਬਰਾਬਰਤਾ ਤੇ ਓਟੂਲ ਚੱਲ ਰਹੇ ਨੇ। 3 ਦਿਨ ਪਹਿਲਾਂ ਦਾ ਜਿਹੜਾ ਸਰਵੇ ਦੇਖਿਆ ਉਹਦੇ ਵਿੱਚ ਲਿਬਰਲ ਫਿਰ ਤੋਂ ਅੱਗੇ ਆ ਰਹੀ ਹੈ। ਲਿਬਰਲ ਤੇ ਜਿਹੜੇ ਆਪਣੇ ਖੁੱਸੇ ਹੋਏ ਉਹਨਾਂ ਦੇ ਵੋਟਰ ਨੇ, ਲਿਬਰਲ ਦੀ ਕੋਸ਼ਿਸ਼ ਹੈ ਕਿ ਉਹ ਵੋਟਰ ਉਹਨਾਂ ਦੇ ਵਾਪਿਸ ਆ ਜਾਣ ਤੇ ਉਹ ਵੋਟਰ ਜਿਹੜੇ ਨੇ ਪਹਿਲਾਂ ਜਿਹੜੇ ਲਿਬਰਲ ਸੀਗੇ ਉਹ ਫਿਰ ਤੋਂ ਲਿਬਰਲ ਨੂੰ ਹੀ ਵੋਟ ਭੁਗਤਾਉਣ। ਇੱਕ ਪਾਸੇ ਲੋਕਾਂ ਦੇ ਵਿੱਚ ਗੁੱਸਾ ਕਾਫੀ ਜ਼ਿਆਦਾ ਹੋ ਰਿਹਾ ਹੈ, ਲਿਬਰਲ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਗੁੱਸਾ ਹੈ। ਸਹੀ ਸਮੇਂ 'ਤੇ ਚੋਣਾਂ ਜਿਹੜੀਆਂ ਕਾਲ ਨਹੀਂ ਕੀਤੀਆਂ ਗਈਆਂ, ਇਹ ਸਮਾਂ ਨਹੀਂ ਸੀਗਾ ਇਲੈਕਸ਼ਨ ਜਿਹੜਾ ਬੁਲਾਉਣ ਦਾ। ਸੋ ਇੱਦਾਂ ਦੀ ਨਾਰਾਜ਼ਗੀ, ਵੈਕਸੀਨ ਪਾਸਪੋਰਟ ਨੂੰ ਲੈ ਕੇ ਨਾਰਾਜ਼ਗੀ, ਹੋਰ ਕਈ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਕਿ ਪ੍ਰੋਟੈਸਟ ਦਾ ਕਾਰਨ ਬਣ ਰਹੇ ਨੇ। ਲੋਕਾਂ ਦੇ ਵਿੱਚ ਗੁੱਸਾ ਵੀ ਪਾਇਆ ਜਾ ਰਿਹਾ। ਜਿਹੇ ਦੇ ਵਿੱਚ ਕੰਜ਼ਰਵੇਟਿਵ ਆਪਣੀ ਪੂਰੀ ਵਾਹ ਲਾ ਰਹੀ ਹੈ। ਜਿਹੜੇ ਮੁੱਦੇ ਨਾਪ ਤੋਲ ਕੇ ਲਿਬਰਲ ਦੇ ਵੱਲੋਂ ਅਨਾਊਂਸ ਕੀਤੇ ਜਾਂਦੇ ਨੇ, ਕੰਜ਼ਰਵੇਟਿਵ ਤੇ NDP ਦੇ ਵੱਲੋਂ ਵੀ ਉਹਨਾਂ ਦੇ ਉੱਤੇ ਹੀ ਅਨਾਊਂਸਮੈਂਟਸ ਆਪਣੀਆਂ ਕੀਤੀਆਂ ਜਾ ਰਹੀਆਂ ਨੇ। ਪਰ ਇਹ ਐਲਾਨ ਕਿੰਨੇ ਕੁ ਸਹੀ ਸਾਬਿਤ ਹੋਣਗੇ, ਇਹਨਾਂ ਦਾਅਵਿਆਂ ਦੇ ਵਿੱਚ ਕਿੰਨਾ ਕੁ ਦਮ ਹੈ, ਇਹ ਦੇਖਣ ਵਾਲੀ ਗੱਲ ਹੋਏਗੀ ਔਰ ਇਹ ਕਾਫੀ ਅਹਿਮ ਹੈ। ਔਰ ਅਸੀਂ ਇਹ ਸਾਰੇ ਇੰਨੀ ਕੁ ਨੌਲੇਜ ਜ਼ਰੂਰ ਰੱਖਦੇ ਹਾਂ ਵੀ ਕਿਹਦੇ ਵਾਅਦੇ ਜਿਹੜੇ ਨੇ ਉਹਨਾਂ 'ਤੇ ਮੋਹਰ ਲਗਾਈ ਜਾ ਸਕਦੀ ਹੈ, ਕਿਹਦੇ ਵਾਅਦੇ ਜਿਹੜੇ ਨੇ ਉਹਨਾਂ 'ਤੇ ਅਸੀਂ ਭਰੋਸਾ ਕਰ ਸਕਦੇ ਹਾਂ। ਸੋ ਇਸ ਲਈ ਸੋਚ ਵਿਚਾਰ ਕਰਕੇ ਉਸ ਪਾਰਟੀ ਨੂੰ ਵੋਟ ਜ਼ਰੂਰ ਪਾਇਓ ਔਰ ਆਪਣੀ ਵੋਟ ਦਾ ਜਿਹੜਾ ਹੱਕ ਹੈ ਉਹਦਾ ਇਸਤੇਮਾਲ ਜ਼ਰੂਰ ਕਰਿਓ, ਕਿਉਂਕਿ ਇਹ ਤਾਂ ਵੈਸੇ ਵੀ ਬੜੀ ਜੱਦੋ-ਜਹਿਦ ਤੋਂ ਬਾਅਦ ਤੇ ਬੜੀ ਮੁਸ਼ਕਿਲ ਦੇ ਨਾਲ ਜਿਹੜਾ ਵੋਟ ਪਾਉਣ ਦਾ ਸਾਨੂੰ ਸਾਰਿਆਂ ਨੂੰ ਹੱਕ ਮਿਲਿਆ, ਜਿਹਨੂੰ ਖੁੰਝਣ ਨਹੀਂ ਦਿੱਤਾ ਜਾਣਾ ਚਾਹੀਦਾ। ਵੋਟ ਭੁਗਤਾਉਣੀ ਜਿਹੜੀ ਹੈ ਉਹ ਜ਼ਰੂਰ ਚਾਹੀਦੀ ਹੈ। ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀ BC ਤੋਂ, ਟੋਰਾਂਟੋ ਤੋਂ, ਹਰ ਥਾਵਾਂ ਤੋਂ ਜਿੰਨੀਆਂ ਵੀ ਥਾਵਾਂ ਸੀ ਉੱਥੋਂ ਸਾਨੂੰ ਸਿਆਸੀ ਅਪਡੇਟ ਜਿਹੜੇ ਆ ਉਹ ਮਿਲ ਸਕਣ ਕਿ ਕੀ ਆਖਿਰਕਾਰ ਚੱਲ ਰਿਹਾ। ਅਜਿਹੇ ਦੇ ਵਿੱਚ ਐਡਮਿੰਟਨ ਦੀ ਰਿਪੋਰਟ ਹੈ ਜਿਹੜੀ ਉਹ ਵੀ ਨਸ਼ਰ ਕਰਨੀ ਬਣਦੀ ਹੈ, ਕਿਉਂਕਿ ਉੱਥੇ ਜਿਸ ਤਰੀਕੇ ਨਾਲ ਅਸੀਂ ਦੇਖਿਆ ਵੀ ਦਬਦਬਾ ਜਿਹੜਾ ਲਿਬਰਲ ਦਾ ਤਾਂ ਕਾਫੀ ਘੱਟ ਹੈਗਾ, ਕੰਜ਼ਰਵੇਟਿਵ ਕਾਫੀ ਹਾਈ ਹੈ। ਇਸ ਤੋਂ ਇਲਾਵਾ ਜਿਹੜਾ ਉੱਥੇ ਸਿਆਸੀ ਪਾਰਾ ਕਿਵੇਂ ਦਾ ਚੱਲ ਰਿਹਾ, ਇਹਦਾ ਅਪਡੇਟ ਬਹੁਤ ਜ਼ਰੂਰੀ ਸੀ। ਸਾਡੇ ਨਾਲ ਅੱਜ ਐਡਮਿੰਟਨ ਤੋਂ ਹੀ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਜੀ ਜੁੜੇ ਹੋਏ ਨੇ, ਜਿਨ੍ਹਾਂ ਦੇ ਨਾਲ ਅਸੀਂ ਐਡਮਿੰਟਨ ਦਾ ਸਾਰਾ ਜਿਹੜਾ ਤਾਜ਼ਾ ਸਰਵੇਖਣ ਤੇ ਜਿਹੜੀਆਂ ਤਾਜ਼ੀਆਂ ਸਰਗਰਮੀਆਂ ਸਿਆਸੀ ਚੱਲ ਰਹੀਆਂ ਨੇ ਉਹਨਾਂ ਸੰਬੰਧੀ ਗੱਲਬਾਤ ਕਰਾਂਗੇ। ਨਾਲ ਹੀ ਕੋਵਿਡ ਦੇ ਹਾਲਾਤ ਉੱਥੇ ਕੀ ਨੇ ਉਸ ਸੰਬੰਧੀ ਵੀ ਗੱਲਬਾਤ ਕਰਾਂਗੇ। ਸੋ ਸੰਘਾ ਜੁੜੇ ਹੋਏ ਨੇ। ਕੁਲਮੀਤ ਸਿੰਘ ਸੰਘਾ ਜੀ, ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਧੰਨਵਾਦ ਸ਼ਰੀ। ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਕੁਲਮੀਤ ਜੀ ਸਤਿ ਸ਼੍ਰੀ ਅਕਾਲ। ਕੁਲਮੀਤ ਜੀ, ਤੁਸੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਬਾਹਰ ਜਾਂਦੇ ਹੋ, ਖਬਰਾਂ ਦੇ ਉੱਤੇ, ਹਰ ਖਬਰ ਦੇ ਉੱਤੇ ਤੁਹਾਡੀ ਜਿਹੜੀ ਹੈ ਪਕੜ ਹੈ। ਇਹਨਾਂ ਦੇ ਦਿਨਾਂ ਦੇ ਵਿੱਚ ਐਡਮਿੰਟਨ ਦੇ ਸਿਆਸੀ ਪਾਰੇ ਬਾਰੇ ਸਾਨੂੰ ਦੱਸੋ, ਕੀ ਜੋੜ ਤੋੜ ਉੱਥੇ ਚੱਲ ਰਿਹਾ ਇਸ ਵੇਲੇ, ਕਿਵੇਂ ਦੀ ਸਥਿਤੀ ਹੈ ਸਿਆਸਤ ਦੇ ਵਿੱਚ? ਸ਼ਹਿਰੀ ਇਹ ਗੱਲਬਾਤ ਜਿਹੜੀ ਹੈ ਸਿਆਸੀ, ਵੈਸੇ ਅਲਬਰਟਾ ਸਾਰੇ ਦੇ ਵਿੱਚ ਹੀ ਨਾ ਬੜਾ ਚਾਅ ਜਿਹਾ ਹੁੰਦਾ ਜਦੋਂ ਥੋੜੀਆਂ ਜਿਹੀਆਂ ਸੀਟਾਂ ਕੋਈ ਦੂਸਰੀ ਪਾਰਟੀ ਜਿੱਤ ਜਾਏ ਕੰਜ਼ਰਵੇਟਰਾਂ ਤੋਂ ਇਲਾਵਾ। 2015 ਦੇ ਵਿੱਚ ਇੱਥੇ ਜਿਹੜੀਆਂ ਸਿਆਸੀ ਸਰਗਰਮੀਆਂ ਜਾਂ ਇਲੈਕਸ਼ਨ ਦੇ ਵਿੱਚ
ਜਿਹੜੀ ਐਡਮਿੰਟਨ ਮਿਲਵੁੱਡ ਦੀ ਸੀਟ ਸੀਗੀ ਜਦੋਂ ਅਮਰਜੀਤ ਸੋਹੀ ਹੋਰਾਂ ਨੇ ਜਿੱਤੀ ਜੀ ਤੇ ਉਹ ਬੜੀ ਫਸਮਾ ਮੁਕਾਬਲਾ ਸੀਗਾ, ਕੋਈ 75 ਸੀਟਾਂ ਤੇ ਮੇਰੇ ਖਿਆਲ ਸਾਰਾ ਜੀ ਉਹ ਜਿੱਤੇ ਸੀਗੇ ਉਸ ਵੇਲੇ। ਤੇ ਉਹ ਬੜਾ ਲੋਕਾਂ ਦੇ ਮਨਾਂ ਵਿੱਚ ਸੀ ਕਿ ਹਾਂ ਵੀ ਗਾਹਾਂ ਨੂੰ ਜਿਹੜਾ ਲਿਬਰਲ ਦਾ ਦਬਦਬਾ ਰਹੇਗਾ ਜੀ। ਪਰ ਜਿਉਂ ਹੀ ਸਮਾਂ ਬੀਤਿਆ ਉਹ ਮੁੜ ਕੇ ਫੇਰ ਗੱਲ ਉੱਥੇ ਹੀ ਚਲੇ ਗਈ। ਪਿਛਲੀ ਵਾਰੀ ਟਿਮ ਓਪਲ ਹੋਰਾਂ ਨੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਨੇ ਉਹ ਸੀਟ ਜਿੱਤ ਲਈ ਜੀ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਪੂਰੇ ਦੇ ਪੂਰੇ ਅਲਬਰਟਾ ਵਿੱਚ ਸਿਰਫ ਇੱਕ ਸੀਟ ਜਿਹੜੀ ਸੀ ਹੈਦਰ ਮੈਕਫਰਸਨ ਸਟ੍ਰੈਥਕੋਨਾ ਤੋਂ ਉਹਨਾਂ ਨੇ ਐਨਡੀਪੀ ਪਾਰਟੀ ਲਈ ਵਿਨ ਕੀਤੀ ਸੀ। ਬਾਕੀ ਸਾਰੇ ਦੀਆਂ ਸਾਰੀਆਂ ਜਿਹੜੀਆਂ ਸੀਗੀਆਂ ਜੀ ਉਹ ਕੰਜ਼ਰਵੇਟਿਵ ਨੇ ਵਿਨ ਕਰ ਲਈਆਂ ਸੀ ਜੀ। ਉਸ ਵੇਲੇ ਇੱਕ ਫੈਕਟਰ ਇਹ ਸੀ ਕਿ ਸੂਬੇ ਦੇ ਵਿੱਚ ਸਾਡੇ ਨਵੀਂ ਸਰਕਾਰ ਬਣੀ ਸੀਗੀ, ਥੋੜੀ ਦੇਰ ਹੀ ਹੋਈ ਸੀਗੀ। ਜੇਸਨ ਕੈਨੀ ਹੋਰੀ ਜਿਹੜੇ ਸੀਗੇ ਪ੍ਰੀਮੀਅਰ ਬਣੇ ਸੀ, ਲੋਕਾਂ ਨੂੰ ਚਾਅ ਸੀਗਾ। ਖੈਰ ਗੱਲ ਤਾਂ ਸੀ ਕਿ ਅੰਤਰਰਾਸ਼ਟਰੀ ਤੌਰ ਤੇ ਭਾਅ ਜਿਹੜੇ ਸੀਗੇ ਤੇਲ ਦੇ ਡਿੱਗ ਪਏ, ਸਾਡੀ ਇਕਨੋਮੀ ਬਹੁਤ ਮੱਠੀ ਪੈ ਗਈ ਸੀਗੀ ਤੇ ਲੋਕਾਂ ਨੂੰ ਚਾਅ ਸੀਗਾ ਕਿ ਸ਼ਾਇਦ ਇਹ ਐਨਡੀਪੀ ਕਰਕੇ ਗੱਲਬਾਤ ਹੋਈ ਆ ਤੇ ਲਓ ਜੀ ਹੁਣ ਜੇਸਨ ਕੈਨੀ ਹੋਰੀ, ਕਿਉਂਕਿ ਉਹਨਾਂ ਨੇ ਵਾਅਦੇ ਵੀ ਕੀਤੇ ਵੀ ਅਸੀਂ ਬਹੁਤ ਸਾਰੀਆਂ ਜੌਬਾਂ ਲਿਆਵਾਂਗੇ, ਓਪਨ ਫॉर ਬਿਜ਼ਨਸ ਹੈ ਅਲਬਰਟਾ, ਵੀ ਇਸ ਤਰ੍ਹਾਂ ਦੇ ਉਹਨਾਂ ਨੇ ਨਾਅਰੇ ਦਿੱਤੇ ਤੇ ਲੋਕਾਂ ਨੂੰ ਚਾਅ ਸੀ। ਔਰ ਉਸ ਵੇਲੇ ਜੇਸਨ ਕੈਨੀ ਹੋਰਾਂ ਨੇ ਜਿਹੜੇ ਕੈਂਡੀਡੇਟ ਸੀ ਜਿਵੇਂ ਟਿਮ ਓਪਲ ਹੋਰੀ ਆ, ਉਹਨਾਂ ਦੇ ਕਾਫੀ ਮਿੱਤਰਤਾ ਉਹਨਾਂ ਦੇ ਨਾਲ, ਉਹਨਾਂ ਪੂਰੀ ਸਪੋਰਟ ਕੀਤੀ ਸੀਗੀ ਤੇ ਟਿਮ ਓਪਲ ਕਾਫੀ ਵੋਟਾਂ ਦੇ ਨਾਲ ਜਿਹੜੇ ਜੀ ਜਿੱਤੇ ਸੀਗੇ। ਲੋਕਾਂ ਨੂੰ ਹੈਰਾਨੀ ਬੜੀ ਹੋਈ ਸੀ ਵੀ ਇੰਨੀਆਂ ਵੋਟਾਂ ਨਾਲ ਕਿਵੇਂ ਜਿੱਤ ਗਏ, ਕਿਉਂਕਿ ਬਹੁਤ ਵੱਡੇ ਵੱਡੇ ਬਿੱਲ ਬੋਰਡ ਵੀ ਜਿਹੜੇ ਸੀਗੇ ਉਹ ਲਿਬਰਲ ਪਾਰਟੀ ਦੇ ਉਲਟ ਲਗਵਾਏ ਗਏ ਸੀ। ਪਰ ਐਤਕੀ ਜਿਹੜਾ ਮਾਹੌਲ ਆ ਇੱਥੇ ਐਡਮਿੰਟਨ ਦੇ ਵਿੱਚ ਉਹ ਥੋੜਾ ਜਿਹਾ ਵੱਖਰਾ ਹੈ ਜੀ। ਲੋਕਾਂ 'ਚ ਫੇਰ ਇੱਕ ਤਾਂ ਜਿਹੜਾ ਸਾਡੇ ਪ੍ਰੀਮੀਅਰ ਸਾਹਿਬ ਨੇ ਜਿਸ ਤਰ੍ਹਾਂ ਦੇ ਨਾਲ ਜਿਹੜਾ ਆਹ ਮਸਲਾ ਚੱਲ ਰਿਹਾ ਪੈਂਡੈਮਿਕ ਵਾਲਾ, ਇਹਨੂੰ ਕਿਵੇਂ ਹੈਂਡਲ ਕੀਤਾ, ਉਹਦਾ ਕਰਕੇ ਲੋਕ ਬੜੇ ਗੁੱਸੇ 'ਚ ਉਹਨਾਂ ਦੇ ਖਿਲਾਫ ਵੀ ਨੇ। ਔਰ ਲੱਗਦਾ ਵੀ ਜਿਹੜੇ ਖਾਸ ਕਰਕੇ ਸ਼ਹਿਰੀ ਵੋਟਾਂ ਨੇ ਉਹਦੇ ਵਿੱਚ ਐਤਕੀ ਥੋੜੀ ਜਿਹੀ ਤਬਦੀਲੀ ਜਿਹੜੀ ਆ ਜੀ ਹੋਣ ਦੀ ਆਸ ਆ। ਜਿਵੇਂ ਤੁਸੀਂ ਦੱਸਿਆ ਵੀ ਜਿਹੜੀਆਂ ਪੋਲਸ ਆ ਰਹੀਆਂ ਉਹਨਾਂ ਦੇ ਵਿੱਚ ਕਦੇ ਕੰਜ਼ਰਵੇਟਿਵ ਅੱਗੇ ਹੋ ਜਾਂਦੇ ਨੇ ਤੇ ਕਦੇ ਲਿਬਰਲ 2 ਪੁਆਇੰਟ ਅੱਗੇ ਹੋ ਜਾਂਦੇ ਨੇ। ਕੁਛ ਇੱਕ ਰਾਈਟਿੰਗ ਜਿਹੜੀਆਂ ਸਾਡੇ ਐਡਮਿੰਟਨ ਦੀਆਂ ਉਹਦੇ ਚ ਇਹ ਪਹਿਲੀ ਤੇ ਇਸੇ ਦੀ ਗੱਲ ਕਰ ਲਈਏ ਜੀ ਐਡਮਿੰਟਨ ਮਿਲਵੁੱਡਸ ਦੀ ਜਿਹਦੇ ਵਿੱਚ ਬੈਨ ਹੈਂਡਰਸਨ ਜਿਹੜੇ ਇੱਥੇ ਸਿਟੀ ਕਾਉਂਸਲ ਦੇ ਕਾਫੀ ਸਾਲਾਂ ਤੋਂ ਹੈਗੇ ਨੇ ਕਾਉਂਸਲਰ, ਉਹਨਾਂ ਨੇ ਆਪਣੀ ਉੱਥੋਂ ਜੌਬ ਤੋਂ ਛੁੱਟੀ ਲੈ ਲਈ ਔਰ ਛੁੱਟੀ ਲੈ ਕੇ ਇੱਧਰ ਉਹਨਾਂ ਨੇ ਆਪਣੀ ਕੈਂਪੇਨਿੰਗ ਆਰੰਭ ਕੀਤੀ ਆ। ਥੋੜੇ ਦਿਨ ਹੋਇਆ ਤੇ ਉਹਨਾਂ ਨੂੰ ਐਂਡੋਰਸ ਕਰ ਦਿੱਤਾ ਸਾਡੇ ਜਿਹੜੇ ਇਸ ਵੇਲੇ ਦੇ ਪ੍ਰੈਜ਼ੀਡੈਂਟ ਮੇਅਰ ਨੇ ਡੌਨ ਆਈਵਸਨ। ਹਾਲਾਂਕਿ ਉਹ ਆਪ ਖੁਦ ਨਹੀਂ ਇਲੈਕਸ਼ਨ ਗਾਹਾਂ ਲੜ ਰਿਹਾ ਮੇਅਰ ਦੀ, ਉਹਨਾਂ ਨੇ ਇਹਨੂੰ ਐਂਡੋਰਸ ਕੀਤਾ ਬੈਨ ਹੈਂਡਰਸਨ ਨੂੰ ਕਿ ਇਹ ਬਹੁਤ ਵਧੀਆ ਇਨਸਾਨ ਆ। ਇਹਨੇ এনवायरमेंट ਵਾਲੇ ਪੱਖ ਤੋਂ ਜਾਂ ਲੋਕਾਂ ਲਈ ਜਿਹੜੇ ਹੈ ਨੇ ਅਫੋਰਡੇਬਲ ਹਾਊਸਿੰਗ, ਉਹ ਜਿਹੜੇ ਇਸ਼ੂ ਆ ਉਹਨਾਂ ਦੇ ਉੱਤੇ ਉਹਨਾਂ ਨੇ ਉਹ ਕਹਿੰਦੇ ਵੀ ਬਹੁਤ ਵਧੀਆ ਕੰਮ ਕੀਤਾ। ਔਰ ਇਦਾਂ ਲੱਗਦਾ ਉਹ ਕਹਿੰਦੇ ਵੀ ਸਾਨੂੰ ਇਹ ਆਟੋਆ ਦੇ ਵਿੱਚ ਸਾਡਾ ਰਿਪਰੈਜ਼ੈਂਟੇਟਿਵ ਹੋਵੇਗਾ। ਸੋ ਉਹਦੇ ਨਾਲ ਹੋ ਸਕਦਾ ਡਿਬੇਟ ਵੀ ਹੋਣ ਤੋਂ ਬਾਅਦ ਥੋੜੇ ਜਿਹਾ ਜਿਹੜਾ ਹੁਲਾਰਾ ਇਹਨਾਂ ਨੂੰ ਬੈਨ ਹੈਂਡਰਸਨ ਹੋਰਾਂ ਨੂੰ ਮਿਲਿਆ। ਇਸੇ ਹੀ ਲੜੀ ਦੇ ਵਿੱਚ ਸੁਖ ਧਾਲੀਵਾਲ ਹੋਰੀ ਜਿਹੜੇ ਤੁਹਾਡੇ ਇਥੋਂ ਡੈਲਟਾ ਤੋਂ ਐਮਪੀ ਨੇ ਲਿਬਰਲ ਪਾਰਟੀ ਦੇ, ਉਹ ਵੀ ਪਿਛਲੇ ਦਿਨ ਹੀ ਆਏ ਸੀ ਔਰ ਉਹਨਾਂ ਨੇ ਵੀ ਪੰਜਾਬੀ ਕਮਿਊਨਿਟੀ ਦੇ ਵਿੱਚ ਜਿਹੜਾ ਬੈਨ ਹੈਂਡਰਸਨ ਹੋਰਾਂ ਲਈ ਉਤਸ਼ਾਹ ਲੋਕਾਂ 'ਚ ਭਰਿਆ ਕਿ ਵੀ ਤੁਸੀਂ ਜਾ ਕੇ ਤੇ ਵੋਟਾਂ ਪਾਓ ਔਰ ਇਹ ਬਹੁਤ ਵਧੀਆ ਇਨਸਾਨ ਆ ਜਿਹੜੇ ਤੁਹਾਨੂੰ ਗਾਹਾਂ ਨੂੰ ਰਿਪਰੈਜ਼ੈਂਟ ਕਰ ਸਕਦੇ ਆ। ਤੇ ਦੂਸਰੇ ਪਾਸੇ ਟਿਮ ਓਪਲ ਹੋਰੀ ਨੇ ਕੰਜ਼ਰਵੇਟਿਵ ਪਾਰਟੀ ਦੇ, ਉਹਨਾਂ ਨੂੰ ਇਹੀ ਆਸ ਉਮੀਦ ਹੈਗੀ ਆ ਵੀ ਲੋਕੀ, ਕਿਉਂਕਿ ਦੇਖੋ ਇੱਥੇ ਕੰਜ਼ਰਵੇਟਿਵ ਮਤਲਬ ਆਈਡੀਓਲੋਜੀ ਨੂੰ ਬਹੁਤ ਫਾਲੋ ਕਰਦੇ ਆ, ਭਾਵੇਂ ਕੰਮਕਾਰ ਉਦਾਂ ਦੇ ਹੋਣ ਜਾਂ ਨਾ ਹੋਣ। ਆਰਥਿਕ ਪੱਖ ਤੋਂ ਸੋਸ਼ਲ ਪੱਖ ਤੋਂ ਕਾਫੀ ਕੰਜ਼ਰਵੇਟਿਵ ਵਾਲੀ ਗੱਲਬਾਤ ਹੈਗੀ ਆ ਉਹਨਾਂ ਦੀ। ਸੋ ਉਹਨਾਂ ਨੇ ਬਾਹਲਾ ਦੇਖਿਆ ਜਾਵੇ ਤੇ ਉਹਨਾਂ ਦਾ ਕਿਸੇ ਪਾਸੇ ਮੈਂ ਉਹਨਾਂ ਦੀ ਬੜੀ ਗੱਲਬਾਤ ਨਹੀਂ ਸੁਣੀ ਕਿਸੇ ਪਾਸੇ ਵੀ ਜਾ ਕੇ ਕਰਦੇ ਹੋਣ। ਹਾਂ ਇੰਨਾ ਜ਼ਰੂਰ ਹੈ ਉਹਨਾਂ ਦੇ ਬਿੱਲ ਬੋਰਡ ਕਾਫੀ ਲੱਗੇ ਹੋਏ ਨੇ ਸਾਰੇ ਪਾਸੇ ਤੇ ਕਿਹਾ ਜਾ ਰਿਹਾ ਵੀ ਉਹ ਇਸ ਵੇਲੇ ਕੋਈ 1 ਜਾਂ 2 ਪੁਆਇੰਟ ਬੈਨ ਹੈਂਡਰਸਨ ਤੋਂ ਪਿੱਛੇ ਚੱਲ ਰਹੇ ਨੇ। ਸੋ ਇਹ ਤਾਂ ਹੈਗੀ ਜੀ ਮਿਲਵੁੱਡ ਦੀ ਸਿਚੁਏਸ਼ਨ। ਬਾਕੀ ਗੱਲ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਲੋਕਾਂ ਨੂੰ ਭਾਈ ਤੁਹਾਨੂੰ ਵੋਟ ਪਾਉਣ ਦਾ ਹੱਕ ਬੜਿਆ ਔਖਿਆਂ ਹੋ ਕੇ ਮਿਲਿਆ, ਇਹਨੂੰ ਗਵਾਇਓ ਨਾ, ਜਾ ਕੇ ਆਪਣਾ ਉਹ ਹੱਕ ਜ਼ਰੂਰ ਯੂਜ਼ ਕਰਿਓ। ਕੋਈ ਕੱਲ ਨੂੰ ਸ਼ਿਕਾਇਤ ਕਰਨ ਦਾ ਕੋਈ ਆਈਡੀਆ ਨਹੀਂ ਰਹਿੰਦਾ ਜੇ ਤੁਸੀਂ ਵੋਟ ਪਾਉਣ ਦੇ ਵਿੱਚ ਨਹੀਂ ਗਏ।
ਸੋ ਦੂਸਰੀ ਸੀਟ ਹੈਗੀ ਹੈ ਜੀ ਸਾਡੀ ਇੱਕ ਐਡਮਿੰਟਨ ਸੈਂਟਰ। ਉੱਥੇ ਪਹਿਲਾਂ ਜਦੋਂ ਐਨ ਮਕਲੈਲਨ ਉਹ ਆਪਣੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਰਹੀ ਆ ਔਰ ਜਸਟਿਸ ਮਿਨਿਸਟਰ ਵੀ ਰਹੇ ਨੇ, ਉਹਨਾਂ ਨੇ ਜਦੋਂ ਉਹ ਸੀਟ ਜਿੱਤੀ ਸੀ ਤਾਂ ਬਹੁਤ ਲੋਕਾਂ ਨੂੰ ਉਤਸ਼ਾਹ ਹੋਇਆ ਸੀ ਵੀ ਲਓ ਜੀ ਹੁਣ ਇਹ ਜਿਹੜੀ ਸੀਟ ਹੈ ਇੱਕ ਕਿਸਮ ਦੀ ਵੀ ਪੱਕੀ ਹੋ ਜਾਏਗੀ, ਕਿਉਂਕਿ ਉਹਨਾਂ ਨੂੰ ਬੜੀਆਂ ਵੱਡੇ ਵੱਡੇ ਪੋਰਟਫੋਲੀਓ ਦਿੱਤੇ ਗਏ ਸੀਗੇ, ਉਹਨਾਂ ਨੇ ਕੰਮ ਵੀ ਬਹੁਤ ਵਧੀਆ ਕੀਤੇ, ਚੰਗੇ ਕੀਤੇ। ਪਰ ਜਦੋਂ ਉਹਨਾਂ ਨੇ ਵੀ ਸੰਨਿਆਸ ਲੈ ਲਿਆ ਪੋਲਿਟਿਕਸ ਤੋਂ, ਤੇ ਫਿਰ ਉੱਥੇ ਰੈਂਡੀ ਬੋਸ਼ਨੋ ਨਾਂ ਦਾ ਵਿਅਕਤੀ ਹੈ ਜੀ ਜਿਹਨੇ ਲਿਬਰਲ ਲਈ ਝੰਡਾ ਚੱਕਿਆ, ਪਰ ਉਹ ਸੀਟ ਉਹਨਾਂ ਨੇ ਵਿਨ ਕੀਤੀ 2015 ਦੇ ਵਿੱਚ। ਪਰ 2019 ਦੇ ਵਿੱਚ ਫਿਰ ਉਹ ਵੀ ਲੂਜ਼ ਕਰ ਗਏ ਉੱਥੋਂ, ਕਿਉਂਕਿ ਜਿਹੜੀ ਕੰਜ਼ਰਵੇਟਿਵ ਵੇਵ ਚੱਲੀ ਉਹਦੇ ਵਿੱਚ ਰੈਂਡੀ ਬੋਸ਼ਨੋ ਹੋਰੀ ਵੀ ਪਾਸੇ ਹਟ ਗਏ। ਹੁਣ ਜਿਹੜੀ ਹੈ ਜੀ ਉਹ ਸੀਟ ਉੱਥੋਂ ਕੰਜ਼ਰਵੇਟਿਵ ਪਾਰਟੀ ਨੇ ਵਿਨ ਕੀਤੀ ਹੋਈ ਆ, ਔਰ ਉਹਦੇ ਹੈ ਨੇ ਜੇਮਸ ਕਮਿੰਗ। ਇਹ ਤਿੰਨ ਵਿਅਕਤੀ, ਇੱਕ ਐਨਡੀਪੀ ਦੀ ਲੇਡੀ ਆ ਉੱਥੋਂ ਹੈਦਰ ਮਕੈਂਜ਼ੀ, ਇਹਨਾਂ ਦੇ ਤਿੰਨਾਂ ਬਾਰੇ ਪਿਛਲੇ ਦਿਨੀ ਨਾ ਇੱਕ ਆਰਟੀਕਲ ਆਇਆ ਸੀ। ਉਹ ਕਹਿੰਦੇ ਜੀ ਵੀ ਦੇਖੋ ਕਈ ਥਾਵਾਂ ਤੇ ਲੋਕਾਂ ਨੂੰ ਚੋਣ ਕਰਨੀ ਬੜੀ ਔਖੀ ਹੁੰਦੀ ਆ ਵੀ ਕਿਹਨੂੰ ਅਸੀਂ ਚੁਣੀਏ। ਇੱਥੇ ਉਹ ਕਹਿੰਦੇ ਉਹਨਾਂ ਨੂੰ ਇਸ ਕਰਕੇ ਔਖਾ ਲੱਗਦਾ ਵੀ ਕਿਹਨੂੰ ਚੁਣੀਏ ਕਿਉਂਕਿ ਤਿੰਨੇ ਹੀ ਕੈਂਡੀਡੇਟ ਬਹੁਤ ਵਧੀਆ ਕੈਂਡੀਡੇਟ ਨੇ, ਲਿਬਰਲ ਦੇ ਵੀ ਤੇ ਐਨਡੀਪੀ ਔਰ ਦੂਸਰੇ ਵੀ ਹੈ। ਤਾਂ ਦੇਖੋ ਹੋਰ ਵੀ ਰਨ ਕਰ ਰਿਹਾ ਹੈ ਉੱਥੇ ਇਸ ਵੇਲੇ, ਗ੍ਰੀਨ ਪਾਰਟੀ, ਪੀਪੀਸੀ ਉਹ ਵੀ ਰਨ ਕਰ ਰਿਹਾ ਜੀ। ਇੱਕ ਲਿਬਰਟੇਰੀਅਨ ਪਾਰਟੀ ਆਫ ਕੈਨੇਡਾ ਉਹਨਾਂ ਦਾ ਵੀ ਇੱਕ ਕੈਂਡੀਡੇਟ ਉੱਥੇ ਖੜਾ ਹੈ। ਸੋ ਹੁਣ ਦੇਖਦੇ ਜੀ ਵੀ ਲੋਕ ਕਿਹਨੂੰ ਇਹ ਫਿਰ ਮੌਕਾ ਦਿੰਦੇ ਨੇ, ਰੈਂਡੀ ਬੋਸ਼ਨੋ ਹੋਰੀ ਜਾਂਦੇ ਜਾਂ ਕਮਿੰਗ ਜਾਂ ਐਨਡੀਪੀ ਵਾਲੇ। ਸੋ ਇਹ ਵੀ ਬੜੀ ਇੰਟਰਸਟਿੰਗ ਉੱਥੇ ਹੋਏਗੀ, ਜਿਹੜੀ ਮਤਲਬ ਬੜਾ ਫਸਵਾਂ ਮੁਕਾਬਲਾ ਆ ਐਡਮਿੰਟਨ ਸੈਂਟਰ ਦਾ। ਔਰ ਇੱਕ ਨਾਰਥ ਸਾਈਡ ਤੇ ਆ ਸਾਡੇ ਇੱਥੇ, ਜਦੋਂ ਮੈਂ ਨਾਰਥ ਸਾਈਡ ਕਹਿੰਦਾ ਨਾ ਤੇ ਉਹ ਇਦਾਂ ਵੀ ਇੱਕ ਦਰਿਆ ਵਗਦਾ ਸ਼ਹਿਰ ਦੇ ਵਿੱਚ, ਉਹ ਜਿਹੜੇ ਉਹਦੇ ਨਾਰਥ ਵਾਲੇ ਪਾਸੇ ਉਹਨਾਂ ਨੂੰ ਨਾਰਥ ਕਹਿ ਦਿੰਦੇ ਆ ਤੇ ਸਾਊਥ ਵਾਲਿਆਂ ਨੂੰ ਸਾਊਥ ਪਾਸਾ ਕਹਿ ਦਿੰਦੇ। ਇੱਕ ਡਿਵਾਈਡ ਜੀ ਬਣੀ ਹੋਈ ਆ ਸਾਡੇ ਇਹ ਜਿਹੜੀ ਗ੍ਰੀਸ਼ਬੈਗ ਦੀ ਹੈਗੀ ਆ ਕੰਸਟੀਚੁਐਂਸੀ, ਉੱਥੇ ਵੀ ਮੁਕਾਬਲਾ ਹੋ ਰਿਹਾ, ਪਰ ਉੱਥੇ ਐਨਡੀਪੀ ਦਾ ਕੈਂਡੀਡੇਟ ਆ ਜਿਹੜਾ ਉਹ ਅੱਗੇ ਚੱਲ ਰਿਹਾ, ਉਹਦੀ ਲੀਡ ਦੱਸੀ ਜਾ ਰਹੀ ਹੈ ਔਰ ਆਸ ਕੀਤੀ ਜਾ ਰਹੀ ਹੈ ਵੀ ਐਤਕੀ ਸ਼ਾਇਦ ਉਹ ਕੰਜ਼ਰਵੇਟਿਵ ਤੋਂ ਜਿਹੜੀ ਵੋਟ ਹੈਗੀ ਹੈ ਜੀ ਮਤਲਬ ਜ਼ਿਆਦਾ ਲੈ ਜਾਣ ਔਰ ਉਹ ਸੀਟ ਜਿਹੜੀ ਆ ਜਿੱਤ ਲਈ ਜਾਏ। ਤੇ ਬਾਕੀ ਦੀਆਂ ਜਿਹੜੀਆਂ ਜੀ ਸੀਟਾਂ ਹੈਗੀਆਂ ਉਹਨਾਂ ਤੇ ਹਜੇ ਕੋਈ ਏਡੀ ਵੱਡੀ ਆਸ ਨਹੀਂ ਹੈ। ਕੈਂਡੀਡੇਟ ਦੇਖੋ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ ਔਰ ਐਨਡੀਪੀ ਨੇ ਸਾਰੀਆਂ ਸੀਟਾਂ ਦੇ ਆਪਣੇ ਜਿਹੜੇ ਕੈਂਡੀਡੇਟ ਆ ਖੜੇ ਕੀਤੇ ਹੋਏ ਨੇ। ਈਵਨ ਜਿਹੜੀਆਂ ਦੂਸਰੀਆਂ ਪਾਰਟੀਆਂ ਮੈਂ ਦੱਸਿਆ ਤੁਹਾਨੂੰ, ਉਹਨਾਂ ਨੇ ਵੀ ਆਪਣੇ ਕੈਂਡੀਡੇਟ ਉੱਥੇ ਖੜੇ ਕੀਤੇ ਆ। ਖਾਸ ਕਰਕੇ ਜਿਹੜਾ ਸੈਂਟਰਲ ਅਲਬਰਟਾ ਤੋਂ ਲੈ ਕੇ ਨਾਰਦਰਨ ਅਲਬਰਟਾ ਹੈ ਨਾ ਜੀ, ਉਹਦੇ ਵਿੱਚ ਉਹਨਾਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਹੋਏ ਨੇ। ਬਾਕੀ ਉਧਰ ਸਦਰਨ ਵਾਲੇ ਹਿੱਸੇ ਦੇ ਵਿੱਚ ਨਹੀਂ ਉਹਨਾਂ ਦੂਸਰੀਆਂ ਪਾਰਟੀਆਂ ਦੇ ਇੰਨੇ ਕੈਂਡੀਡੇਟ ਖੜੇ। ਸੋ ਇਹ ਹਾਲਾਤ ਹੈਗੇ ਸਾਡੇ ਨਾਰਥ ਵਾਲੇ ਪਾਸੇ ਦੇ ਤੇ ਐਡਮਿੰਟਨ। ਬਿਲਕੁਲ ਸੰਗਾ ਜੀ, ਜਿਹੜੀ ਸੀਟ ਦੀ ਅਸੀਂ ਗੱਲ ਕਰ ਰਹੇ ਸੀਗੇ, ਜਿਹੜੀ ਐਡਮਿੰਟਨ ਮਿਲਵੁੱਡਸ ਸੀਟ ਦੀ ਗੱਲ ਕਰ ਰਹੇ ਸੀਗੇ, ਉੱਥੇ ਤੁਸੀਂ ਦੱਸਿਆ ਵੀ ਸਰਵੇ ਦੇ ਵਿੱਚ ਟਿਮ ਓਪਲ ਥੋੜਾ ਜਿਹਾ ਪਿੱਛੇ ਚੱਲ ਰਹੇ ਨੇ ਬੈਨ ਹੈਂਡਰਸਨ ਤੋਂ। ਹੁਣ ਜੇ ਸਿਚੁਏਸ਼ਨ ਇਦਾਂ ਦੀ ਆ ਰਹੀ ਹੈ ਤਾਂ ਨੋ ਡਾਊਟ ਕਿ ਉੱਥੇ ਜਿਹੜਾ ਇਸ ਵਾਰ ਵੀ ਇਹੀ ਕਿਹਾ ਜਾ ਰਿਹਾ ਸੀ ਵੀ 20 ਸਤੰਬਰ ਦੀ ਜਿਹੜੀ ਰਾਤ ਹੋਏਗੀ ਉਦਣ ਵੀ ਜਿਹੜਾ ਐਡਮਿੰਟਨ ਹੈ ਉਹ ਬਲੂ ਹੀ ਦਿਖਾਈ ਦੇਗਾ। ਸੋ ਇਹ ਬਲੂ ਦੀ ਕੀ ਲੱਗਦਾ ਹੈ ਵੀ ਕਿਤੇ ਕਿਤੇ ਲਿਬਰਲ ਲੱਗ ਰਹੀ ਹੈ ਵੀ ਕਿਤੇ ਕਿਹੜੀ ਕਿਸੇ ਸਾਈਡ ਤੇ ਖਾਤਾ ਖੋਲ ਸਕੇਗੀ? ਸਪੈਸ਼ਲੀ ਅਸੀਂ ਜੇ ਮਿਲਵੁੱਡ ਸੀਟ ਦੀ ਗੱਲ ਕਰੀਏ ਤਾਂ ਕੋਈ ਖਾਤਾ ਖੋਲਣ ਦੀ ਉਮੀਦ ਲੱਗ ਰਹੀ ਹੈ? ਔਰ ਸਪੈਸ਼ਲੀ ਲੋਕਾਂ ਦਾ ਜਿਹੜਾ ਰੁਝਾਨ ਹੈ ਜਾਂ ਲੋਕਾਂ ਦਾ ਮੂਡ ਹੈ ਉਹ ਕਿਵੇਂ ਇਸ ਐਡਮਿੰਟਨ ਵਾਲੀ ਸਾਈਡ ਦੇ ਉੱਤੇ ਬਦਲਦਾ ਹੈ? ਕੀ ਲੋਕਾਂ ਦੇ ਅੰਦਰ ਇਹ ਧਾਰਨਾ ਬਣੀ ਹੋਈ ਹੈ ਵੀ ਇਥੋਂ ਕੰਜ਼ਰਵੇਟਿਵ ਹਾਵੀ ਹੈ, ਕੰਜ਼ਰਵੇਟਿਵ ਆਲਰੇਡੀ ਇੱਥੇ ਵਿਨ ਕਰਦੀ ਹੈ, ਰਾਈਡਿੰਗਸ ਦੇ ਉੱਤੇ ਜ਼ਿਆਦਾਤਰ ਉਹ ਕਾਬਜ਼ ਹੈਗੀ ਹੈ, ਤਾਂ ਉਹ ਦੂਜੇ ਕਿਸੇ ਕੈਂਡੀਡੇਟ ਲਈ ਖਾਤਾ ਖੋਲ੍ਹਦੇ ਨਹੀਂ ਕਿਉਂਕਿ ਇੱਕਾ ਦੁੱਕਾ ਸੀਟਾਂ ਨਾਲ ਕੋਈ ਫਾਇਦਾ ਨਹੀਂ ਹੋਣਾ। ਸੋ ਕਿਤੇ ਨਾ ਕਿਤੇ ਪਰਸੈਪਸ਼ਨ ਉਹਨਾਂ ਦੇ ਮਾਈਂਡ ਦੇ ਵਿੱਚ ਹੁੰਦੀ ਹੈ। ਇਹ ਦੇਖੋ ਕੁਝ ਗੱਲਾਂ ਨੇ ਜਿਹੜੀਆਂ ਕੰਜ਼ਰਵੇਟਿਵ ਕੈਂਡੀਡੇਟ ਟਿਮ ਓਪਲ ਹੋਰਾਂ ਦੇ ਲੋਕਾਂ ਨੇ ਕਈਆਂ ਨੇ ਸਵਾਲ ਖੜੇ ਕੀਤੇ ਆ। ਉਹ ਸੀਗੇ ਕਿ ਉਹ ਆਟਵਾ 'ਚ ਰਹਿੰਦੇ ਆ, ਇੱਥੇ ਉਹ ਕਦੇ ਕਦਾਈ ਆਉਂਦੇ ਨੇ, ਤੇ ਬੈਨ ਹੈਂਡਰਸਨ ਹੋਰਾਂ ਨੇ ਐਮਫੈਸਿਸ ਵੀ ਇਸ ਗੱਲ ਤੇ ਦਿੱਤਾ ਹੈ ਵੀ ਮੈਂ ਜੇ ਇਸ ਕੰਸਟੀਚੁਐਂਸੀ ਨੂੰ ਰਿਪਰੈਜ਼ੈਂਟ ਕਰਨਾ ਤਾਂ ਮੈਂ ਇੱਥੇ ਐਡਮਿੰਟਨ ਵਿੱਚ ਹੀ ਰਹਾਂਗਾ ਤਾਂ ਕਿ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਜਾ ਸਕਣ ਔਰ ਲੋਕਾਂ ਦੇ ਕੰਸਰਨ ਜਿਹੜੇ ਆ ਉਹ ਉੱਥੇ ਆਟਵਾ ਲਿਜਾਏ ਜਾ ਸਕਣ।
ਸੋ ਇਹ ਇੱਕ ਗੱਲ ਟਿਮ ਉੱਪਲ ਹੋਰਾਂ ਦੇ ਜਿਹੜੀ ਲੋਕਾਂ ਨੇ ਬਹੁਤ ਸਾਰੇ ਲੋਕ ਇਸ ਗੱਲ ਤੇ ਸਵਾਲ ਕਰਦੇ ਆ। ਔਰ ਦੂਸਰਾ ਜਿਹੜਾ ਤੁਸੀਂ ਗੱਲ ਕਹਿ ਰਹੇ ਆ, ਇਹ ਪੋਸੀਬਿਲਿਟੀ ਹੈਗੀ ਹੈ ਜੀ। ਹੁਣ ਜਿਵੇਂ ਪਿਛਲੀ ਵਾਰੀ 2015 ਦੇ ਵਿੱਚ ਜਦੋਂ ਅਮਰਜੀਤ ਸੋਹੀ ਹੋਰਾਂ ਨੇ ਵਿਨ ਕੀਤੀ ਹੈ ਇਹ ਸੀਟ, ਤੇ ਉਦੋਂ ਵੀ ਪਹਿਲਾਂ ਰੀਕਾਊਂਟ ਲਈ ਕਾਲ ਕੀਤਾ ਗਿਆ। ਪਹਿਲਾਂ ਤਾਂ ਲੇਟ ਪਰ ਉਹ ਗਿਣਦੇ ਰਹੇ, ਫਿਰ ਉਹਨੂੰ ਰੀਕਾਊਂਟ ਕੀਤਾ ਗਿਆ, ਫਿਰ ਇਹਨੂੰ ਦੂਸਰਾ ਚੈਲੰਜ ਵੀ ਕੀਤਾ ਗਿਆ ਸੀਗਾ। ਅਖੀਰ ਦੇ ਵਿੱਚ ਜਾ ਕੇ ਜਿਹੜੀ ਆ ਉਹ ਸੀਟ ਉਹਨਾਂ ਨੇ ਵਿਨ ਕੀਤੀ ਸੀ। ਸੋ ਇਹ ਹੋ ਸਕਦਾ ਐਤਕੀ ਵੀ ਪ੍ਰੋਲੋਂਗ ਹੋ ਜਾਏ ਜੀ, ਇਹ ਜਿਹੜਾ ਜਦ ਤਾਈਂ ਰਿਜ਼ਲਟ ਆਉਣਾ ਹੈ। ਜੀ, ਸੋ ਕੈਲਗਰੀ ਵਾਲੀ ਜ਼ਰੂਰ ਹੈਗੀ ਲੋਕਾਂ ਨੂੰ। ਹਾਂਜੀ ਬਿਲਕੁਲ। ਕੁਲਬੀਰ ਸੰਘਾ ਜੀ, ਕੈਲਗਰੀ ਵਾਲੀ ਸਾਈਡ ਦੇ ਵੀ ਹਾਲਾਤ ਸਾਨੂੰ ਦੱਸੋ, ਉੱਥੇ ਦੀਆਂ ਜਿਹੜੀਆਂ ਰਾਈਡਿੰਗਸ ਨੇ ਉਹ ਕੀ ਕਹਿ ਰਹੀਆਂ ਨੇ? ਔਰ ਕਈ ਥਾਵਾਂ 'ਤੇ ਅਸੀਂ ਦੇਖਿਆ ਵੀ ਪੰਜਾਬੀ ਕੈਂਡੀਡੇਟਸ ਜਿਹੜੇ ਹੈਗੇ ਨੇ, ਕਈ ਥਾਵਾਂ ਦੇ ਉੱਤੇ ਪੰਜਾਬੀ ਦਾ ਪੰਜਾਬੀ ਨਾਲ ਹੀ ਮੁਕਾਬਲਾ ਹੈ। ਸੋ ਉੱਥੋਂ ਦੀ ਕੀ ਜਿਹੜੀ ਹੈ ਉਹ ਸਿਆਸੀ ਤਸਵੀਰ ਨਜ਼ਰ ਆ ਰਹੀ ਹੈ? ਕੈਲਗਰੀ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਨੇ ਜਿੱਥੇ ਆਪਣੇ ਐਥਨਿਕ ਮਾਈਨੋਰਿਟੀਜ਼ ਦੇ ਬੰਦੇ ਜਿਹੜੇ ਆ ਉਹ ਇਲੈਕਸ਼ਨ ਦੇ ਵਿੱਚ ਖੜੇ ਨੇ, ਵੱਖਰੀਆਂ ਵੱਖਰੀਆਂ ਪਾਰਟੀਆਂ ਤੋਂ। ਇੱਕ ਦੋ ਜਗ੍ਹਾ ਤੇ ਇਸ ਤਰ੍ਹਾਂ ਦਾ ਵੀ ਹੈ ਸਿਲਸਿਲਾ ਵੀ ਜਿੱਥੇ ਤਿੰਨੇ ਪਾਰਟੀਆਂ ਤੋਂ ਪੰਜਾਬੀ ਹੀ ਰਿਪਰੈਜ਼ੈਂਟ ਕਰ ਰਹੇ ਨੇ। ਔਰ ਇੱਥੋਂ ਤੱਕ ਵੀ ਹੈਰਾਨੀ ਹੈਗੀ ਹੈ ਜੀ, ਇੱਕ ਸ਼ਖਸ ਜਿਹੜਾ ਉਹ PPP ਜਿਹੜੀ ਪਾਰਟੀ ਹੈਗੀ ਆ, ਉਹ PPC ਪੀਪਲਜ਼ ਪਾਰਟੀ ਆਫ ਕੈਨੇਡਾ, ਉਹਨੂੰ ਵੀ ਉਹ ਰਿਪਰੈਜ਼ੈਂਟ ਕਰ ਰਿਹਾ ਹੈਗਾ। ਹਾਲਾਂਕਿ ਉਹਨਾਂ ਉਸ ਪਾਰਟੀ ਦੇ ਵਿਊ ਜਿਹੜੇ ਆ ਇਮੀਗ੍ਰੇਸ਼ਨ ਪ੍ਰਤੀ ਜਾਂ ਹੋਰ ਜਿਵੇਂ ਪੈਂਡੈਮਿਕ ਦੇ ਵਿੱਚ ਜਿਸ ਤਰ੍ਹਾਂ ਹੈਲਪ ਕੀਤੀ ਗਈ, ਉਹ ਬੜੇ ਲੋਕਾਂ ਨੂੰ ਸਪਸ਼ਟ ਨੇ। ਬਟ ਸਟਿਲ ਐਨੀਵੇ ਉਹਦੇ ਚੋਂ ਵੀ ਬੰਦੇ ਖੜੇ ਨੇ। ਪਰ ਜਿਹੜੀ ਇੱਕ ਨਾਰਥ ਈਸਟ ਦੀ ਹੈ ਸਕਾਈ ਵਿਊ, ਕੈਲਗਰੀ ਸਕਾਈ ਵਿਊ ਦੀ ਰਾਈਡਿੰਗ, ਉੱਥੇ ਚਾਂਸ ਹੈ ਜੀ, ਕਿਉਂਕਿ ਪਿਛਲੀ ਵਾਰੀ ਵੀ ਉਹ ਜਿਹੜੀ ਜੀ ਦਰਸ਼ਨ ਕੰਗ ਹੋਰੀ 2015 ਦੇ ਵਿੱਚ ਜਿੱਤੇ ਸੀਗੇ ਉੱਥੋਂ। ਔਰ ਉਸ ਤੋਂ ਬਾਅਦ ਹੁਣ ਜੈਕ ਸਹੋਤਾ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਸੀਟ ਜਿੱਤੀ ਹੋਈ ਆ ਉੱਥੋਂ, ਐਤਕੀ ਉਹਨਾਂ ਨੂੰ ਜਿਹੜਾ ਮੁਕਾਬਲਾ ਦੇ ਰਿਹਾ ਉਹ ਹੈ ਜੀ ਜਾਰਜ ਚਾਹਲ, ਜਿਹੜੇ ਸਿਟੀ ਦੇ ਕਾਉਂਸਲਰ ਵੀ ਰਹੇ ਨੇ। ਔਰ ਉਹਨਾਂ ਨੇ ਬੀਇੰਗ ਏ ਕਾਉਂਸਲਰ ਸ਼ਹਿਰ ਵਿੱਚ ਚੰਗਾ ਕੰਮਕਾਰ ਕੀਤਾ। ਉਹ ਲਿਬਰਲ ਪਾਰਟੀ ਨੂੰ ਉੱਥੇ ਰਿਪਰੈਜ਼ੈਂਟ ਕਰ ਰਿਹਾ ਔਰ ਵਧੀਆ ਮੁਕਾਬਲਾ ਦੇ ਰਹੇ ਨੇ। ਔਰ ਵਿੱਚੋਂ ਲੋਕਾਂ ਦੀ ਇਹ ਆਵਾਜ਼ ਆ ਰਹੀ ਆ ਕਿ ਸ਼ਾਇਦ ਉਹ ਐਤਕੀ ਵਿਨ ਕਰ ਜਾਣ। ਪਰ ਦੂਸਰੇ ਪਾਸੇ ਜੋ ਜੈਕ ਸਹੋਤਾ ਲੜਕੀ ਆ ਜੀ, ਇਹਨੇ ਵਕੀਲ ਆ ਔਰ ਇਹਦਾ ਵੀ ਲੋਕਾਂ ਭਾਈਚਾਰੇ ਦੇ ਵਿੱਚ ਕਾਫੀ ਭੱਲ ਹੈਗੀ ਆ। ਔਰ ਮੁਕਾਬਲਾ ਇੱਥੇ ਵੀ ਇਹਨਾਂ ਦੋਨਾਂ ਦਾ ਹੀ ਹੋਣਾ ਜੀ, ਮਤਲਬ ਕਾਫੀ ਤਕੜਾ ਮੁਕਾਬਲਾ ਹੋਣ ਜਾ ਰਿਹਾ। ਪਰ ਥੋੜਾ ਜਿਹਾ ਉਹ ਕਹਿੰਦੇ ਜੀ ਟਿਲਟ ਦੇ ਰਿਹਾ ਵੀ ਹੋ ਸਕਦਾ ਸ਼ਾਇਦ ਜਾਰਜ ਚਾਹਲ ਹੋਰੀ ਜਿਹੜੇ ਆ ਉਹ ਵਿਨ ਕਰ ਜਾਣ। ਬਾਕੀ ਸੀਟਾਂ ਦੇ ਉੱਤੇ ਜੀ ਭਾਵੇਂ ਹੈ ਤੇ ਐਥਨਿਕ ਮਾਈਨੋਰਿਟੀਜ਼ ਤੋਂ, ਪਰ ਉਹ ਰਿਪਰੈਜ਼ੈਂਟ ਕੰਜ਼ਰਵੇਟਿਵ ਪਾਰਟੀ ਨੂੰ ਜ਼ਿਆਦਾ ਕਰ ਰਹੇ ਨੇ। ਸੋ ਦੂਸਰੀਆਂ ਪਾਰਟੀਆਂ ਦਾ ਉੱਥੋਂ ਵਿਨ ਕਰਨ ਦੀ ਕੋਈ ਗੱਲ ਜਿਹੜੀ ਆ ਉਹ ਔਖੀ ਲੱਗਦੀ ਆ, ਕਿਉਂਕਿ ਕੈਲਗਰੀ ਜਿਹੜਾ ਜੀ ਇਹ ਕੰਜ਼ਰਵੇਟਿਵ ਪਾਰਟੀ ਖਾਸ ਕਰਕੇ ਜੇਸਨ ਕੈਨੀ ਹੋਰਾਂ ਦਾ ਉਧਰਲਾ ਪਾਸਾ ਗੜਿਆ। ਔਰ ਉਥੋਂ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਹੁੰਦੀਆਂ ਇਹਨਾਂ ਨੂੰ ਹਮੇਸ਼ਾ ਉਧਰੋਂ ਮਿਲਦੀਆਂ, ਜਾਂ ਰੂਰਲ ਏਰੀਆ ਦੀਆਂ ਜਿਹੜੀਆਂ ਸੀਟਾਂ ਨੇ ਉਹ ਵੀ ਇਹ ਵਿਨ ਕਰ ਲੈਂਦੇ ਨੇ। ਸੋ ਇਹਨਾਂ ਨੂੰ ਬਾਹਲਾ ਉੱਥੇ ਪ੍ਰਚਾਰ ਕਰਨ ਦੀ। ਪਰ ਐਤਕੀ ਜਿਹੜਾ ਲੋਕਾਂ ਦੇ ਦੇਖੋ ਜਿਹੜਾ ਗੁੱਸਾ ਹੈ ਨਾ ਪੈਂਡੈਮਿਕ ਕਰਕੇ, ਉਹ ਇਹ ਹੋਇਆ ਵੀ ਜਿਹੜੇ ਅਰਬਨ ਵੋਟਰ ਆ ਉਹ ਵੀ ਜੇਸਨ ਕੈਨੀ ਨਾਲ ਨਾਰਾਜ਼ ਆ ਵੀ ਇਹਨਾਂ ਨੇ ਜ਼ਿਆਦਾ ਰਿਸਟ੍ਰਿਕਸ਼ਨਸ ਨਹੀਂ ਲਾਈਆਂ। ਔਰ ਜਿਹੜੇ ਰੂਰਲ ਏਰੀਆ ਦੇ ਵੋਟਰ ਆ ਉਹ ਇਸ ਕਰਕੇ ਔਖੇ ਆ ਵੀ ਇਹਨਾਂ ਨੇ ਰਿਸਟ੍ਰਿਕਸ਼ਨਸ ਲਾਈਆਂ। ਸੋ ਉਹ ਦੋਨੋਂ ਧਿਰਾਂ ਹੀ ਮਤਲਬ ਹੈਗੇ ਉਹਨਾਂ ਤੇ ਨਾਰਾਜ਼ ਆ। ਹੁਣ ਇਹ ਨਹੀਂ ਪਤਾ ਜੀ ਵੀ ਊਠ ਕਿਸ ਕਰਵਟ ਬੈਠਦਾ, ਇਹ ਤਾਂ ਹੁਣ ਸੋਮਵਾਰ ਰਾਤ ਨੂੰ ਪਤਾ ਲੱਗੇਗਾ ਜਦੋਂ ਵੋਟਾਂ ਪੂਰੀ ਦੀਆਂ ਪੂਰੀਆਂ ਪੈ ਜਾਣਗੀਆਂ। ਬਿਲਕੁਲ ਸੰਘਾ ਜੀ, ਇਹਨਾਂ ਦਿਨਾਂ ਦੇ ਵਿੱਚ ਜੇਸਨ ਕੈਨੀ ਨੂੰ ਕਾਫੀ ਜਿਹੜਾ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ, ਲੋਕ ਖਫਾ ਵੀ ਨੇ ਉਹਨਾਂ ਤੋਂ। ਔਰ ਸਪੈਸ਼ਲੀ ਜਦੋਂ ਹੁਣ ਹਾਲਾਤ ਇੱਦਾਂ ਦੇ ਬਣੇ ਹੋਏ ਨੇ ਕਿ ਫਿਰ ਤੋਂ ਉੱਥੇ ਹੈ ਐਮਰਜੈਂਸੀ ਜਿਹੜੀ ਹੈ ਵਧਾਉਣੀ ਪਈ ਹੈ, ਕੋਵਿਡ ਦੇ ਕੇਸਿਸ ਇੰਨੇ ਜ਼ਿਆਦਾ ਆ ਰਹੇ ਨੇ। ਅਜਿਹੇ ਦੇ ਵਿੱਚ ਕੀ ਲੱਗਦਾ ਹੈ ਲੋਕਾਂ ਦੀ ਨਾਰਾਜ਼ਗੀ ਜਿਹੜੀ ਹੈ ਉਹ ਕਿਵੇਂ ਆਪਣਾ ਗੁੱਸਾ ਕੱਢ ਸਕਦੇ ਨੇ ਲੋਕ, ਕਿ ਵੋਟਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਉਥਲ ਪੁਥਲ ਵੋਟਾਂ ਦੇ ਵਿੱਚ ਹੋ ਸਕਦੀ ਹੈ, ਲੋਕ ਆਪਣੀਆਂ ਵੋਟਾਂ ਦਾ ਜਿਹੜਾ ਉਹ ਰੁਖ ਬਦਲ ਸਕਦੇ ਨੇ, ਜਾਂ ਫਿਰ ਕੁਝ ਹੋਰ ਸਿਆਸੀ ਸੰਭਾਵਨਾ ਜਤਾਈ ਜਾ ਰਹੀ ਹੈ? ਦੇਖੋ ਥੋੜੀ ਜਿਹੀ ਗੱਲ ਨਾ ਲੋਕਾਂ ਦੇ ਵਿੱਚ ਦੋ ਤਿੰਨ ਗੱਲਾਂ ਜਿਨ੍ਹਾਂ ਦਾ ਗੁੱਸਾ ਚੱਲ ਰਿਹਾ ਇਸ ਇਲੈਕਸ਼ਨ ਪ੍ਰਤੀ। ਉਹ ਪਹਿਲਾਂ ਤਾਂ ਲੋਕਾਂ ਨੂੰ ਇਹ ਲੱਗਦਾ ਜੀ ਵੀ ਇਲੈਕਸ਼ਨ ਜਿਹੜੀ ਸੀਗੀ ਵੀ ਇਹ ਟਾਈਮ ਤੇ ਜਿਹੜੀ ਆ ਵੀ ਇਸ ਟਾਈਮ ਨਹੀਂ ਸੀ ਕਰਵਾਉਣੀ ਚਾਹੀਦੀ, ਜਿੱਦਾਂ ਵੀ ਸੀ ਕੰਮ ਚਲਾਉਣਾ ਚਾਹੀਦਾ ਸੀ। ਕਿਉਂਕਿ ਉਤੋਂ ਜਿਹੜੀ ਚੌਥੀ ਵੇਵ ਸ਼ੁਰੂ ਹੋ ਗਈ ਆ, ਇਹ ਬੜੀ ਮਾਰੂ ਵੇਵ ਸ਼ੁਰੂ ਹੋਈ ਆ ਜੀ ਇੱਥੇ। ਸਾਡੇ ਕੁਝ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕੇਸ ਆਰੰਭ ਹੋ ਗਏ ਨੇ ਔਰ ਜਿਹੜੇ ਹਸਪੀਟਲਸ ਨੇ ਸਾਡੇ ਉਹ ਓਵਰਫਲੋ ਕਰ ਰਹੇ।
ਸੋ ਲੋਕਾਂ ਦੇ ਦਿਲਾਂ ਵਿੱਚ ਗੁੱਸਾ ਜ਼ਰੂਰ ਹੈਗਾ। ਹੁਣ ਉਹਨੂੰ ਟਰਾਂਸਲੇਟ ਕਿਵੇਂ ਕਰਦੇ ਆ, ਜਾਂ ਲਿਬਰਲ ਪਾਰਟੀ ਜਾਂ ਐਨਡੀਪੀ ਪਾਰਟੀ ਉਹਨੂੰ ਕਿਵੇਂ ਉਹ ਜਿਵੇਂ ਕਹਿੰਦੇ ਨੇ ਨਾ ਵੀ ਕੈਸ਼ ਕਰਦੇ ਆ ਉਸ ਗੁੱਸੇ ਨੂੰ, ਵੀ ਲੋਕਾਂ ਨੂੰ ਕਿਸ ਤਰ੍ਹਾਂ ਦਾ ਉਹ ਦਿੰਦੇ ਆ ਵੀ ਅਸੀਂ ਭਾਈ ਆਲਟਰਨੇਟਿਵ ਕੀ ਕਰਾਂਗੇ। ਤੇ ਹੋ ਸਕਦਾ ਉਹਦਾ ਫਰਕ ਜ਼ਰੂਰ ਪਏਗਾ। ਇਹਨਾਂ ਦੀ ਪਰਸੈਂਟੇਜ ਜਿਹੜੀ ਆ ਵੋਟਾਂ ਦੀ ਉਹ ਘਟੇਗੀ ਪਹਿਲਾਂ ਨਾਲੋਂ, ਇਹ ਜ਼ਰੂਰੀ ਆ। ਪਰ ਕੀ ਇੰਨੀ ਘਟ ਜਾਏਗੀ ਕਿ ਉੱਥੋਂ ਉਹਨਾਂ ਨੂੰ ਫਰਕ ਪਏਗਾ ਵੀ ਜਿੱਤ ਨਾ ਸਕਣਗੇ? ਇਹ ਬੜਾ ਔਖਾ, ਕਿਉਂਕਿ ਜਿਹੜੀਆਂ ਈਵਨ ਜਿਹੜੀਆਂ ਛੋਟੀਆਂ ਰੀਜਨਲ ਪਾਰਟੀਆਂ ਖੜੀਆਂ ਹੋਈਆਂ ਨਾ, ਉਹ ਪਾਰਟੀਆਂ ਵੀ ਰੂਰਲ ਏਰੀਏ ਦੇ ਵਿੱਚ ਕੰਜ਼ਰਵੇਟਿਵ ਵੋਟ ਨੂੰ ਕੱਟ ਕਰ ਰਹੀਆਂ ਨੇ। ਪਰ ਉਹਦਾ ਇਹ ਕਿਹਾ ਜਾ ਰਿਹਾ ਵੀ ਉਹ ਇੰਨੀਆਂ ਜ਼ਿਆਦਾ ਨਹੀਂ ਹੈ ਕਿ ਉਹਨਾਂ ਨੂੰ ਕੋਈ ਬੰਦਾ ਹਰਾ ਸਕੇ ਜਾਂ ਕੋਈ ਦੂਸਰੀ ਪਾਰਟੀ ਦਾ ਬੰਦਾ ਹਰਾ ਸਕੇ, ਪਰ ਘੱਟ ਜ਼ਰੂਰ ਹੋ ਰਿਹਾ ਕਿਉਂਕਿ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਲੋਕਾਂ ਨੇ ਸਵਾਲ ਖੜੇ ਕੀਤੇ। ਔਰ ਸੈਂਟਰ ਫੈਡਰਲ ਗਵਰਨਮੈਂਟ ਤੇ ਵੀ, ਟਰੂਡੋ ਹੋਰਾਂ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਜੀ ਇਸ ਪੱਖ ਤੋਂ। ਤੁਸੀਂ ਦੇਖਿਆ ਹੋਣਾ ਜਦੋਂ ਟਰੂਡੋ ਹੋਰੀ ਕੈਂਪੇਨਿੰਗ ਤੇ ਜਾਂਦੇ ਨੇ, ਥਾਂ ਥਾਂ ਤੇ ਉਹਨਾਂ ਦਾ ਵਿਰੋਧ, ਭਾਵੇਂ ਉਹ ਪਾਰਟੀ ਦੇ ਕੁਝ ਜਿਹੜੇ ਹੈਗੇ ਆ ਜੀ ਵਰਕਰਸ ਉਹੀ ਕਰ ਰਿਹਾ, ਬਾਅਦ ਚ ਜਿਹੜੇ ਪਾਰਟੀ ਦੇ ਲੀਡਰ ਆ ਉਹ ਕਹਿ ਦਿੰਦੇ ਜੀ ਵੀ ਨਹੀਂ ਇਹ ਸਾਡੇ ਹੁਣ ਇੱਥੇ ਕੰਮ ਨਹੀਂ ਕਰਨਗੇ, ਅਸੀਂ ਨਹੀਂ ਇਦਾਂ ਦੀ ਗੱਲਬਾਤ ਚਾਹੁੰਦੇ। ਪਰ ਉਹ ਹੁੰਦੇ ਕੋਈ ਨਾ ਕੋਈ ਢੰਗ ਤਰੀਕਾ ਇਦਾਂ ਦਾ ਹੀ ਆ ਵੀ ਆਰਗੇਨਾਈਜ਼ ਜਿਹੜਾ ਉਹ ਹੈਗੇ ਜੀ ਜਿਹੜੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਹੋ ਰਿਹਾ। ਬਿਲਕੁਲ ਸੰਗਾ ਜੀ, ਇੱਕ ਪਾਸੇ ਫੈਡਰਲ ਚੋਣਾਂ ਦੀ ਅਨਾਉਂਸਮੈਂਟ ਹੋ ਗਈ, ਮੇਅਰ ਇਲੈਕਸ਼ਨਸ ਨੇ, ਦੂਜੇ ਪਾਸੇ ਕੋਵਿਡ ਦੇ ਨਾਲ ਲੋਕ ਜੂਝ ਰਹੇ ਨੇ, ਐਮਰਜੈਂਸੀ ਐਲਾਨੀ ਪਈ ਹੈ। ਇੰਨੀ ਜ਼ਿਆਦਾ ਕਨਫਿਊਜ਼ਨ ਦੇ ਵਿੱਚ ਜਿਹੜੀ ਆਮ ਜਨਤਾ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ। ਇੱਕ ਅਲੱਗ ਤਰ੍ਹਾਂ ਦੇ ਡਿਪਰੈਸ਼ਨ ਚੋਂ ਲੋਕ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਫਿਰ ਉਹਨਾਂ ਦੇ ਆਲੇ ਦੁਆਲੇ ਇਹੀ ਚੀਜ਼ ਮੰਡਰਾ ਰਹੀ ਹੈ। ਕਿਵੇਂ ਨਜਿੱਠਿਆ ਜਾ ਰਿਹਾ ਇਸ ਚੀਜ਼ ਨਾਲ? ਦੇਖੋ ਜੀ, ਮੈਂ ਕੱਲ ਹੀ ਦੇਖ ਰਿਹਾ ਸੀ ਇੱਕ ਖਬਰ ਕਿ ਇਲੈਕਸ਼ਨ ਕੈਨੇਡਾ ਇਹ ਕਹਿ ਰਿਹਾ ਹੈ ਵੀ ਉਹਨਾਂ ਨੂੰ ਪੂਰੇ ਵਰਕਰ ਨਹੀਂ ਇੱਥੇ ਮਿਲ ਰਿਹਾ। ਈਵਨ ਐਡਮਿੰਟਨ ਵਰਗੇ ਸ਼ਹਿਰ ਦੇ ਵਿੱਚ ਵੀ ਮਤਲਬ ਇਲੈਕਸ਼ਨ ਕੰਡਕਟ ਕਰਨ ਲਈ ਬੰਦੇ ਨਹੀਂ ਮਿਲ ਰਿਹਾ। ਰੂਰਲ ਏਰੀਏ ਦੇ ਵਿੱਚ ਉਹਨਾਂ ਨੂੰ ਬੰਦੇ ਚਾਹੀਦੇ ਆ ਕੰਮ ਕਰਨ ਲਈ, ਅਰਬਨ ਏਰੀਏ ਦੇ ਵਿੱਚ ਕੰਮ ਕਰਨ ਨੂੰ ਬੰਦੇ ਚਾਹੀਦੇ ਆ, ਉੱਥੇ ਉਹਨਾਂ ਨੂੰ ਮਿਲ ਨਹੀਂ ਰਿਹਾ ਇਸ ਵੇਲੇ। ਬੰਦੇ ਤੋਂ ਮੇਰਾ ਭਾਵ ਹੈ ਜੀ ਵਰਕਰ, ਲੇਡੀਜ਼ ਵੀ ਜਾ ਸਕਦੀਆਂ ਨੇ। ਉਹ ਭਰਾਵਾਂ elections.ca/jobs ਤੇ ਜਾ ਕੇ ਦੇਖ ਸਕਦੇ ਆ। ਜੇ ਕੋਈ ਜੌਬ ਕਰਨੀ ਚਾਹੁੰਦਾ ਤਾਂ ਉਹ 2-3 ਦਿਨ ਦੀ ਜਿਹੜੀ ਜੌਬ ਹੈਗੀ ਆ, ਉਹਨਾਂ ਟ੍ਰੇਨਿੰਗ ਦੇ ਵੀ ਪੈਸੇ ਦਿੰਦੇ ਆ ਤੇ ਨਾਲ ਕਿਉਂਕਿ ਇਹ ਜਿਹੜਾ COVID-19 ਦਾ ਚੱਲ ਰਿਹਾ ਜੀ ਪੈਂਡੈਮਿਕ, ਇਹਦਾ ਕਰਕੇ ਲੋਕ ਡਰੇ ਹੋਏ ਵੀ ਨੇ। ਹੁਣ ਜ਼ਿਆਦਾ ਡਰ ਗਏ ਨੇ ਜਿਹੜਾ ਡੈਲਟਾ ਵੇਰੀਐਂਟ ਜਿਸ ਤਰੀਕੇ ਦੇ ਨਾਲ ਫੈਲ ਰਿਹਾ ਹੈ। ਔਰ ਖਾਸ ਕਰਕੇ ਜਿਹੜਾ ਜੀ ਜੇਸਨ ਕੈਨੀ ਹੋਰਾਂ ਦਾ ਬੇਸ ਹੈ, ਜਿਹਨੂੰ ਉਹ ਖੁਸ਼ ਕਰਦੇ ਰਹੇ ਨੇ, ਉਹ ਵੈਕਸੀਨ ਦੇ ਵੀ ਆਲਟਰਨੇਟਿਵ ਵੀ ਵੈਕਸੀਨ ਨਹੀਂ ਅਸੀਂ ਲਵਾਉਣੀ। ਸੋ ਉਹਦਾ ਕਰਕੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈ, ਪਰ ਇਹ ਨਹੀਂ ਪਤਾ ਵੀ ਹੁਣ ਉਹ ਗੁੱਸਾ ਜਿਹੜਾ ਟਰਾਂਸਲੇਟ ਕਿਹੜੀ ਗੱਲ ਦੇ ਵਿੱਚ ਹੋਵੇਗਾ, ਕਿ ਵੋਟਾਂ ਘੱਟ ਪੈਣਗੀਆਂ ਜਾਂ ਉਹਨਾਂ ਦਾ ਉਹ ਜਿਵੇਂ ਕਹਿੰਦੇ ਹੁੰਦੇ ਤਖਤਾ ਪਲਟਣਗੇ। ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਸੰਗਾ ਜੀ, ਇਹ ਵੀ ਜਾਣਨਾ ਚਾਹਾਂਗੇ ਚੋਣ ਮੁੱਦੇ ਜਿਹੜੇ ਨੇ ਕਿਹੜੇ ਭਾਰੂ ਪੈ ਰਹੇ ਨੇ? ਕੋਵਿਡ ਦਾ ਤੁਸੀਂ ਆਲਰੇਡੀ ਦੱਸਿਆ ਵੀ ਸਭ ਤੋਂ ਵੱਡਾ ਮੁੱਦਾ ਹੀ ਇਸ ਵੇਲੇ ਬਣਿਆ ਹੋਇਆ, ਜਿਸ ਕਰਕੇ ਜੇਸਨ ਕੈਨੀ ਹੋਰਾਂ ਨੂੰ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਇਸ ਤੋਂ ਇਲਾਵਾ ਕਿਹੜੇ ਉਹ ਮੁੱਦੇ ਨੇ ਜਿਹੜੇ ਐਡਮਿੰਟਨ ਦੇ ਸਿਆਸਤ ਦੇ ਵਿੱਚ ਸਭ ਤੋਂ ਜ਼ਿਆਦਾ ਚੁੱਕੇ ਜਾ ਰਹੇ ਨੇ? ਐਡਮਿੰਟਨ ਦੇ ਵਿੱਚ ਇੱਕ ਤਾਂ ਦੇਖੋ ਜੀ, ਸਾਡੇ ਤੁਹਾਨੂੰ ਪਤਾ ਤੇਲ ਦੇ ਜਿਉਂ ਭਾਅ ਅੰਤਰਰਾਸ਼ਟਰੀ ਲੈਵਲ ਤੇ ਪਹਿਲਾਂ ਥੱਲੇ ਗਏ ਸੀਗੇ, ਜਿਹਦਾ ਕਰਕੇ ਇਕਨੋਮੀ ਬਹੁਤ ਮਤਲਬ ਭੈੜੀ ਹੋ ਗਈ ਸੀਗੀ, ਜੌਬਾਂ ਚਲੀਆਂ ਗਈਆਂ ਲੋਕਾਂ ਦੀਆਂ। ਪਰ ਹੁਣ ਤੇਲ ਦੇ ਭਾਅ ਤਾਂ ਉੱਪਰ ਗਏ ਨੇ, ਉਹਦੇ ਨਾਲ ਥੋੜੀ ਰਾਹਤ ਤਾਂ ਹੈਗੀ ਆ। ਪਰ ਜਿਹੜੀਆਂ ਪਾਈਪਲਾਈਨਸ ਦਾ ਕੰਮਕਾਰ ਸੀਗਾ ਉਹ ਮਤਲਬ ਸਟਾਰਟ ਨਹੀਂ ਹੋ ਸਕਿਆ। ਕੋਈ ਨਾ ਕੋਈ ਚੈਲੰਜ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ। ਉਹਦਾ ਕਰਕੇ ਲੋਕਾਂ ਨੂੰ ਇਹ ਬੜਾ ਫਿਕਰ ਹੈ ਵੀ ਭਾਈ ਉਹ ਜਿਹੜਾ ਖਾਸ ਕਰਕੇ এনवायरमेंटल, ਇੱਕ ਪਾਸੇ এনवायरमेंटल ਗਰੁੱਪਸ ਦਾ ਪ੍ਰੈਸ਼ਰ ਆ, ਦੂਸਰੇ ਪਾਸੇ ਜਿਹੜੇ ਲੋਕ ਜਿਨ੍ਹਾਂ ਦੀਆਂ ਜੌਬਾਂ ਗਈਆਂ ਉਹਨਾਂ ਦਾ ਹੈ। ਪਰ ਹੁਣ ਥੋੜੀ ਜੀ ਵੱਡੀਆਂ ਕੰਪਨੀਆਂ ਦੀ ਵੀ ਸਹਿਮਤੀ ਇਸ ਗੱਲ ਤੇ ਬਣਦੀ ਜਾ ਰਹੀ ਹੈ ਕਿ ਹਾਂ ਬਈ ਸਾਨੂੰ এনवायरमेंटल ਜਾਂ ਗ੍ਰੀਨ એનર્ਜੀ ਵਾਲੇ ਪਾਸੇ ਨੂੰ ਚੱਲਣਾ ਚਾਹੀਦਾ, ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਧਰ ਨੂੰ ਜਾਣ। ਸੋ ਲੋਕਾਂ ਦੇ ਇਹ ਕੰਸਰਨ ਜ਼ਿਆਦਾ ਜੀ। ਦੇਖੋ ਕੁੱਲੀ ਗੁੱਲੀ ਜੁੱਲੀ ਵਾਲੀ ਗੱਲ ਇਹ ਪੂਰੀਆਂ ਹੋ ਜਾਣ ਤਾਂ ਫਿਰ ਪੂਰੀ ਖਲਕਤ ਭੁੱਲੀ। ਪਰ ਇਸ ਵੇਲੇ ਲੋਕਾਂ ਦੇ ਮਨਾਂ ਵਿੱਚ ਇਹ ਜੌਬ ਵਾਲੀ ਗੱਲ ਬੜੀ ਵਧੀਆ। ਦੇਖੋ ਪੈਂਡੈਮਿਕ ਦੇ ਵਿੱਚ ਪੈਸੇ ਮਿਲਦੇ ਰਹੇ, ਕੰਮ ਚੱਲਦਾ ਰਿਹਾ, ਪਰ ਜਦੋਂ ਉਹਨਾਂ ਦੀ ਰੋਕਥਾਮ ਹੋ ਜਾਣੀ ਆ ਉਦੋਂ ਬਾਅਦ ਕੀ ਕਰਨਾ ਹੈਗਾ, ਉਹ ਲੋਕਾਂ ਨੂੰ ਚਿੰਤਾ ਲੱਗੀ ਹੋਈ ਆ ਕਿ ਕੰਮ ਹੋਣਗੇ ਤੇ ਤਦੇ ਹੀ ਜਿਹੜਾ ਜੀ ਚੰਗੀ ਹਰੇਕ ਚੀਜ਼ ਚੰਗੀ ਲੱਗਦੀ। ਜੇ ਕੰਮ ਨਹੀਂ ਆ ਤਾਂ ਵਿਹਲਾ ਆਦਮੀ ਤਾਂ ਤੁਹਾਨੂੰ ਪਤਾ ਵੀ ਨਕਾਰਾ ਹੋ ਜਾਂਦਾ।
ਜੀ ਬਿਲਕੁਲ। ਸੋ ਸੰਗਾ ਜੀ, ਐਮਰਜੈਂਸੀ ਦੇ ਜਿਸ ਤਰੀਕੇ ਨਾਲ ਹਾਲਾਤ ਬਣ ਚੁੱਕੇ ਨੇ, ਔਰ ਕੀ ਲੱਗਦਾ ਹੈ ਜਿਹੇ ਦੇ ਵਿੱਚ ਜਿਹੜੇ ਲੋਕ ਹੈ ਜਿਨ੍ਹਾਂ ਨੇ ਵੋਟ ਸਪੈਸ਼ਲੀ ਸੋਮਵਾਰ ਨੂੰ ਆਪਣੀ ਭੁਗਤਾਨ ਲਈ ਜਾਣਾ ਹੈ, ਸੋ ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਬੰਦੋਬਸਤ ਉੱਥੇ ਕੀਤੇ ਗਏ ਨੇ ਤਾਂ ਕਿ ਸੇਫਟੀ ਦੇ ਨਾਲ ਲੋਕ ਆਪਣੀ ਵੋਟ ਭੁਗਤਾ ਸਕਣ? ਜਿਹੜੇ ਜੀ ਪ੍ਰੋਟੋਕਾਲ ਹੈਗੇ ਨੇ ਉੱਥੇ ਸਫਾਈ ਦੇ, ਸਾਫ਼ ਸਫਾਈ ਉਹ ਜ਼ਰੂਰ ਰੱਖੀ ਹੋਈ ਹੈ। ਮੈਂ ਵੀ ਜਿੱਦਣ ਵੋਟ ਪਾਉਣ ਗਿਆ ਮੈਂ ਦੇਖ ਕੇ ਆਇਆ ਉੱਥੇ, ਤੇ ਉਹਨਾਂ ਨੇ ਬਕਾਇਦਾ ਸਾਰਾ ਸਮਾਨ ਰੱਖਿਆ ਹੋਇਆ ਹੈ। ਬੰਦੇ ਡਿਸਟੈਂਸ ਰੱਖਣ ਨੂੰ ਕਹਿੰਦੇ ਨੇ। ਅੰਦਰ ਵੀ ਉਹਨਾਂ ਨੇ ਸਾਰਾ, ਜਿੱਥੇ ਵੋਟ ਪਾਉਣ ਜਾਂਦੇ ਆ, ਮਤਲਬ ਡਾਇਰੈਕਸ਼ਨਾਂ ਦਿੱਤੀਆਂ ਹੋਈਆਂ ਨੇ। ਵਧੀਆ, ਲੋਕਾਂ ਨੂੰ ਫਾਲੋ ਕਰਨਾ ਪਏਗਾ। ਇਹ ਆ ਵੀ ਹੋ ਸਕਦਾ ਕਈ ਵਾਰੀ ਜਦੋਂ ਲੋਕ ਭੀੜ ਵਿੱਚ ਜਾਂਦੇ ਆ ਤੇ ਗੱਲ ਕੁਝ ਵੱਖਰੀ ਹੋ ਜਾਂਦੀ ਆ, ਪਰ ਉਹਨਾਂ ਨੇ ਆਪਣਾ ਸੇਫਟੀ ਪ੍ਰੋਟੋਕਾਲ ਜਿਹੜੇ ਹੈਗੇ ਆ ਕੋਵਿਡ-19 ਦੇ, ਉਹ ਜ਼ਰੂਰ ਉੱਥੇ ਰੱਖੇ ਜੀ, ਵੀ ਮਾਸਕ ਪਾ ਕੇ ਜਾਣਾ ਪਏਗਾ, ਔਰ ਆਪਣਾ ਸਾਫ਼ ਸਫਾਈ ਜਿਹੜੀ ਆ ਉਹ ਜ਼ਰੂਰੀ। ਈਵਨ ਇੱਥੋਂ ਤੱਕ ਜਿਹੜੇ ਬੰਦੇ ਜਿਹੜੀ ਪੈਨਸਲ ਦੇ ਨਾਲ ਕਾਟਾ ਮਾਰਦੇ ਆ ਉੱਥੇ, ਉਹਨਾਂ ਨੂੰ ਉਹ ਪੈਨਸਲ ਵੀ ਗਾਰਬੇਜ ਸਿੱਟਣੀ ਪੈਂਦੀ ਹੈ। ਇਸ ਤਰ੍ਹਾਂ ਦੇ ਹਾਲਾਤ ਉਹਨਾਂ ਨੇ ਉਸ ਪੱਖੋਂ ਤਾਂ ਜੀ ਦੇਖੋ ਤਿਆਰੀ ਆ ਉਹਨਾਂ ਦੀ, ਜਿਹੜਾ ਇਲੈਕਸ਼ਨ ਕੈਨੇਡਾ ਹੈ। ਪਰ ਲੋਕ ਕਿੰਨੇ ਕੁ ਪਹੁੰਚਦੇ ਆ, ਇਹ ਡਿਪੈਂਡ ਕਰਦਾ ਪਾਰਟੀਆਂ ਕਿੰਨਾ ਕੁ ਉਹਨਾਂ ਨੂੰ ਜ਼ੋਰ ਲਾ ਕੇ ਉੱਥੇ ਵੋਟ ਪਾਉਣ ਲਈ ਲੈ ਕੇ ਜਾਂਦੀਆਂ ਨੇ। ਬਿਲਕੁਲ। ਕੁਲਵੀਰ ਸੰਘਾ ਜੀ, ਤੁਸੀਂ ਬਹੁਤ ਸਾਰੇ ਅਪਡੇਟ ਹੈ ਜਿਹੜੇ ਦਿੱਤੇ ਨੇ, ਮੁੱਦਿਆਂ ਦੀ ਵੀ ਗੱਲ ਅਸੀਂ ਕੀਤੀ ਹੈ, ਲੋਕਾਂ ਨੂੰ ਕਿਹੜੀ ਚੀਜ਼ ਦੀ ਨਾਰਾਜ਼ਗੀ ਹੈ ਉਸ ਦੀ ਗੱਲ ਵੀ ਕੀਤੀ ਹੈ, ਤੇ ਕਿਹੜੀਆਂ ਰਾਈਡਿੰਗਸ ਜਿਹੜੀਆਂ ਜਿਨ੍ਹਾਂ ਦੇ ਉੱਤੇ ਮੇਨ ਨਜ਼ਰ ਰਹੇਗੀ ਉਸ ਸੰਬੰਧੀ ਵੀ ਗੱਲਬਾਤ ਕੀਤੀ ਹੈ। ਅਜਿਹੇ ਦੇ ਵਿੱਚ ਤੁਹਾਡਾ ਆਪਣਾ ਜਿਹੜਾ ਐਨਾਲਿਸਿਸ ਉਹ ਕੀ ਕਹਿੰਦਾ ਇਸ ਸਾਰੀ ਚੋਣ ਪ੍ਰਕਿਰਿਆ ਦੇ ਰਿਗਾਰਡਿੰਗ? ਤੁਸੀਂ ਐਡਮਿੰਟਨ 'ਚ ਰਹਿੰਦੇ ਹੋ, ਉੱਥੇ ਵਿਚਰਦੇ ਹੋ, ਉੱਥੋਂ ਦੇ ਲੋਕਾਂ ਦੇ ਮੁਖਾਤਿਬ ਹੁੰਦੇ ਹੋ, ਉੱਥੋਂ ਦੀ ਸਿਆਸਤ ਨੂੰ ਬਹੁਤ ਨਜ਼ਦੀਕੀ ਦੇ ਨਾਲ, ਬਾਰੀਕੀ ਦੇ ਨਾਲ ਦੇਖ ਰਹੇ ਹੋ। ਤੁਹਾਨੂੰ ਇਸ ਵਾਰ ਦੇ ਇਲੈਕਸ਼ਨ ਬਾਕੀ ਇਲੈਕਸ਼ਨਸ ਨਾਲੋਂ ਚੇਂਜ ਲੱਗ ਰਹੀ ਹੈ? ਤੇ ਜੇ ਚੇਂਜ ਲੱਗ ਵੀ ਰਹੀ ਹੈ ਤੇ ਕਿਵੇਂ ਦਾ ਤੁਹਾਨੂੰ ਲੱਗਦਾ ਵੀ ਜਿਹੜਾ ਬਦਲਾਅ ਉਹ ਇਸ ਵਾਰ ਦੇਖਿਆ ਜਾ ਰਿਹਾ, ਜਾਂ ਫਿਰ ਇਲੈਕਸ਼ਨ ਤੋਂ ਬਾਅਦ ਯਾਨੀ ਵੋਟਿੰਗ ਤੋਂ ਬਾਅਦ ਵੀ ਜਿਹੜਾ ਉਹ ਰਾਤ ਤੱਕ ਜਿਹੜਾ 20 ਸਤੰਬਰ ਦੀ ਤੱਕ ਉਹ ਬਦਲਾਅ ਦੇਖਿਆ ਜਾ ਸਕਦਾ ਹੈ? ਦੇਖੋ, ਇਹ ਤਾਂ ਇਦਾਂ ਹੈ ਜੀ ਵੀ ਮੈਂ ਥੋੜੇ ਦਿਨ ਪਹਿਲਾਂ ਅਸੀਂ ਰੇਡੀਓ ਤੇ ਵੀ ਗੱਲਬਾਤ ਇੱਥੇ ਕੀਤੀ ਸੀਗੀ, ਔਰ ਉਹਦੇ 'ਚ ਇਹ ਕੰਸੈਂਸਸ ਸੀ ਵੀ ਲੱਗਦਾ ਹੈ ਵੀ ਮੁੜ ਦੁਬਾਰਾ ਜਿਹੜੀ ਆ ਮਤਲਬ ਮਾਈਨੋਰਿਟੀ ਸਰਕਾਰ ਹੀ ਬਣੇਗੀ, ਮੈਜੋਰਿਟੀ ਸਰਕਾਰ ਨਹੀਂ ਕਿਸੇ ਦੀ ਵੀ ਬਣਨੀ। ਖਾਸ ਕਰਕੇ ਜਿਹੜੇ 2-3 ਇਸ਼ੂ ਹੁਣ ਜਿਹੜੇ ਆ ਪਿਛਲੇ ਦਿਨਾਂ ਦੇ ਵਿੱਚ ਡਿਬੇਟ ਤੋਂ ਬਾਅਦ ਉੱਠੇ ਨੇ, ਉਹਨਾਂ ਤੋਂ ਵੀ ਮਤਲਬ ਉਸ ਗੱਲ ਨੂੰ ਜੇ ਤੁਸੀਂ ਫੈਕਟਰ ਇਨ ਕਰੋ ਸਾਰੀ ਗੱਲਬਾਤ ਦੇ ਵਿੱਚ, ਤਾਂ ਉਹਦੇ ਤੋਂ ਇਹ ਸਪਸ਼ਟ ਜਿਹਾ ਹੋ ਰਿਹਾ ਵੀ ਇਹ ਮਿਨੋਰਟੀ ਗਵਰਨਮੈਂਟ ਹੀ ਬਣੇਗੀ, ਮੈਜੋਰਿਟੀ ਨਹੀਂ ਬਣਨੀ। ਕਿਉਂਕਿ ਕੁਬੈਕ ਦੇ ਵਿੱਚ ਜਿਹੜਾ ਬਿੱਲ 21 ਨੂੰ ਲੈ ਕੇ ਗੱਲਬਾਤ ਹੋ ਰਹੀ ਆ, ਜੇ ਉਹਦੇ ਤੇ ਜਿਹੜੇ ਫੈਡਰਲ ਲੀਡਰ ਨੇ ਜੇ ਉਹਨਾਂ ਦੀ ਸਪੋਰਟ ਕਰਦੇ ਆ ਤੇ ਮਿਨੋਰਟੀਜ਼ ਔਖੀਆਂ ਆਉਂਦੀਆਂ, ਤੇ ਜੇ ਮਿਨੋਰਟੀ ਦੀ ਸਪੋਰਟ ਕਰਦੇ ਆ ਤੇ ਕੁਬੈਕ ਔਖਾ ਹੁੰਦਾ। ਸੋ ਹੁਣ ਤੁਸੀਂ ਦੇਖ ਲਓ ਵੀ ਉਹਨਾਂ ਕੋਲ ਕਿਹੜੀ ਚੋਇਸ ਬਚਦੀ ਆ, ਜਾਂ ਮਤਲਬ ਹੁਣ ਅੱਜ ਕੱਲ੍ਹ ਜੇ ਕਿਹਾ ਜਾਵੇ ਜੀ ਵੀ ਪ੍ਰਿੰਸੀਪਲ ਆਧਾਰਿਤ ਗੱਲਬਾਤ ਤਾਂ ਕਿਸੇ ਪਾਸੇ ਰਹੀ ਨਹੀਂ। ਗੱਲ ਸਿਰਫ ਹੈਗੀ ਆ ਵੀ ਚੋਣਾਂ ਕਿਵੇਂ ਜਿੱਤੀਆਂ ਜਾਣੀਆਂ ਨੇ, ਕਿਵੇਂ ਪਾਵਰ ਵਿੱਚ ਆਉਣਾ, ਇਹੀ ਪਾਰਟੀਆਂ ਦਾ ਜਿਵੇਂ ਕਹਿੰਦੇ ਹੁੰਦੇ ਅੱਜ ਕੱਲ੍ਹ ਜੀ ਮੇਨ ਕੰਮ ਕਰ ਰਿਹਾ। ਉਹ ਜੇ ਤੁਸੀਂ ਦੇਖੋ ਵੀ ਉਦੋਂ ਬਾਅਦ ਉਹਨਾਂ ਨੇ ਤਾਂ ਦੂਜੇ ਦਿਨ ਹੀ ਸ਼ੁਰੂ ਕਰ ਲੈਣਾ ਵੀ ਅਗਲੀ ਇਲੈਕਸ਼ਨ ਕਿੱਦਾਂ ਜਿੱਤਣੀ ਆ। ਚਾਹੀਦਾ ਤੇ ਇਹ ਆ ਵੀ ਅਸੀਂ ਦੇਸ਼ ਦੀ ਭਲਾਈ ਤੇ ਲੋਕਾਂ ਦੀ ਭਲਾਈ ਕਿਵੇਂ ਕਰਨੀ ਆ, ਉਹ ਚਾਹੀਦੀ ਆ, ਪਰ ਹੁੰਦਾ ਨਹੀਂ। ਜਿਹੜੀ ਜੀ ਤੁਸੀਂ ਗੱਲ ਕੀਤੀ ਆ ਕੋਵਿਡ-19 ਦੀ, ਉਹ ਸਾਡੇ ਹੁਣ ਇਸ ਵੇਲੇ ਬਹੁਤ ਜ਼ਿਆਦਾ ਸਿਲਸਿਲਾ ਗੜਬੜ ਹੋ ਚੁੱਕੀ ਆ। ਖਬਰਾਂ ਇਹ ਆ ਰਹੀਆਂ ਜੀ ਵੀ ਜਿਹੜੇ ਹਸਪੀਟਲ ਆ ਉਹਨਾਂ ਦੀ ਕੈਪੈਸਿਟੀ ਤੋਂ ਉੱਪਰ ਕੰਮ ਕਰ ਹੋ ਰਿਹਾ। ICU ਦੇ ਵਿੱਚ ਜਿੱਥੇ 173 ਬੰਦਿਆਂ ਦੀ ਕੈਪੈਸਿਟੀ ਆ ਤੇ 268 ਦੇ ਕਰੀਬ ਬੰਦੇ ਇਸ ਵੇਲੇ ਉੱਥੇ ਭਰਤੀ ਨੇ ਜੀ, ਕਿਉਂਕਿ ਐਕਸਟਰਾ ਬੈੱਡ ਉੱਥੇ ਲਾਏ ਹੋਏ ਨੇ। ਔਰ ਦੂਸਰੇ ਸੂਬਿਆਂ ਵਿੱਚ ਭੇਜਣ ਦੀ ਗੱਲ ਕੀਤੀ ਜਾ ਰਹੀ ਆ ਵੀ ਪੇਸ਼ੈਂਟ ਦੂਸਰੇ ਸੂਬਿਆਂ ਵਿੱਚ ਭੇਜੇ ਜਾਣਗੇ। ਅੰਟੇਰੀਓ ਵਾਲਿਆਂ ਨੇ ਤਾਂ ਐਕਸੈਪਟ ਕਰ ਲਈ, ਪਰ ਸਾਡਾ ਗੁਆਂਢੀ ਸੂਬਾ BC ਉਹਨਾਂ ਨੇ ਇਨਕਾਰ ਕਰ ਦਿੱਤਾ। ਉਹ ਕਹਿੰਦੇ ਜੀ ਵੀ ਸਾਤੋਂ ਇਹ ਨਹੀਂ ਹੋ ਸਕਣਾ, ਬਿਲਕੁਲ ਨਹੀਂ ਹੈਗੀ। ਔਰ ਦੂਸਰੀ ਇੱਕ ਹੋਰ ਗੱਲ ਜਿਹੜੀ ਆਈ ਹੈ ਜੀ, ਉਹ ਹੈਗੀ ਆ ਵੀ ਹੁਣ ਇਹਨਾਂ ਨੂੰ ਨਾ ਰਾਸ਼ਨਿੰਗ ਕਰਨੀ ਪੈ ਰਹੀ ਆ, ਕਿ ਉਹ ਦੇਖਣਗੇ ਪੇਸ਼ੈਂਟ ਨੂੰ ਕਿ ਇਸ ਪੇਸ਼ੈਂਟ ਦੀ ਟ੍ਰੀਟਮੈਂਟ ਕਰਨੀ ਆ, ਹੋ ਸਕਦੀ ਆ, ਬਚ ਸਕਦਾ। ਸੋ ਇਸ ਕੈਟੇਗਰੀ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣਾ। ਸੋ ਇਸੇ ਕਰਕੇ ਬਾਰ-ਬਾਰ ਦੇਖੋ ਲੋਕਾਂ ਨੂੰ ਬੇਨਤੀ ਕਰ ਰਹੇ ਆ ਕਿ ਭਾਈ ਆਪਣਾ ਬਚਾਅ ਰੱਖੋ ਜਿੰਨਾ ਹੋ ਸਕਦਾ ਆ। ਕਿ ਜਦੋਂ ਬੰਦਾ ਕੋਈ ਬਿਮਾਰ ਹੋ ਜਾਂਦਾ ਜੀ, ਫੇਰ ਪਤਾ ਲੱਗਦਾ ਵੀ ਇਹ ਕਿੰਨੀ ਭਿਆਨਕ ਬਿਮਾਰੀ ਹੈਗੀ ਆ। ਅਦਰਵਾਈਜ਼ ਬਹੁਤ ਸਾਰੇ ਲੋਕ ਕਈ ਵਾਰੀ ਇਹਨੂੰ ਬਹੁਤ ਹਲਕੀ ਗੱਲ 'ਚ ਲੈ ਜਾਂਦੇ ਆ, ਪਰ ਜਦੋਂ ਕੋਈ ਕਿਸੇ ਦਾ ਬੰਦਾ ਬਿਮਾਰ ਹੁੰਦਾ ਉਹ ਬਹੁਤ ਔਖਾ ਹੁੰਦਾ। ਕਿਉਂਕਿ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਦੇ ਬੰਦੇ ਵੀ ਜੀ ਉੱਥੇ ਬਿਮਾਰ ਹੋ ਰਹੇ, ਔਰ ਜ਼ਿਆਦਾ ਦੇਰ ICU ਵਿੱਚ ਉਹ ਲੋਕ ਰਹਿ ਰਹੇ ਨੇ। ਸੋ ਇਹ ਪ੍ਰੋਬਲਮ ਖੜੀ ਹੋਈ ਹੈ ਜੀ।
ਜੀ ਬਿਲਕੁਲ ਕੁਲਮੀਤ ਸੰਘਾ ਜੀ, ਥੈਂਕ ਯੂ ਸੋ ਮਚ ਜੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਨ ਦੇ ਲਈ। ਥੈਂਕ ਯੂ ਤੁਹਾਡਾ ਜੀ, ਤੁਸੀਂ ਮੌਕਾ ਦਿੱਤਾ ਸਾਰੇ ਦਰਸ਼ਕਾਂ ਦੇ ਨਾਲ ਸਾਂਝ ਪਾਉਣ ਦਾ, ਬਹੁਤ ਬਹੁਤ ਮਿਹਰਬਾਨੀ ਜੀ। ਸੋ ਕੁਲਮੀਤ ਸੰਘਾ ਜੀ ਐਡਮਿੰਟਨ ਤੋਂ ਸਾਡੇ ਨਾਲ ਜੁੜੇ ਹੋਏ ਸੀਗੇ, ਤੇ ਐਡਮਿੰਟਨ ਨੂੰ ਲੈ ਕੇ ਕਿਹੜੀ ਰਾਈਡਿੰਗ ਦੇ ਉੱਤੇ ਕੀ ਚੱਲ ਰਿਹਾ ਹੈ, ਕੀ ਲੋਕਾਂ ਦਾ ਮੂਡ ਬਣ ਰਿਹਾ ਹੈ। 20 ਸਤੰਬਰ ਦੀ ਰਾਤ ਫਿਰ ਤੋਂ ਬਲਿਊ ਹੀ ਦਿਖਾਈ ਦੇਗੀ। ਹਾਲਾਂਕਿ ਕੰਜ਼ਰਵੇਟਿਵ ਦਾ ਉਹ ਏਰੀਆ ਮੰਨਿਆ ਜਾਂਦਾ ਹੈ, ਕੰਜ਼ਰਵੇਟਿਵ ਜਿਹੜਾ ਦਬਾਅ ਉੱਥੇ ਕਾਫੀ ਹੈਗਾ ਹੈ। ਸੋ ਫਿਰ ਵੀ ਲਿਬਰਲ ਇੱਕਾ ਦੁੱਕਾ ਸੀਟਾਂ ਦੀ ਜਿਹੜੀ ਹੈ ਜੋੜ ਤੋੜ ਦੇ ਚਾਂਸਸ ਲੱਗ ਰਹੇ ਨੇ। ਸੋ ਖੈਰ ਇਹ ਤਾਂ ਹੁਣ ਇਲੈਕਸ਼ਨ ਦੀ ਰਾਤ ਨੂੰ ਹੀ ਪਤਾ ਚੱਲੇਗਾ ਕਿ ਆਖਿਰਕਾਰ ਲੋਕਾਂ ਦਾ ਮੂਡ ਜਿਹੜਾ ਉਹ ਕਹਿ ਕੀ ਰਿਹਾ ਹੈ, ਤੇ ਸਪੈਸ਼ਲੀ ਲੋਕਾਂ ਦਾ ਜਿਹੜਾ ਗੁੱਸਾ ਇੰਨਾ ਉਹਨਾਂ ਦੇ ਅੰਦਰ ਭਰਿਆ ਹੋਇਆ ਹੈ, ਉਹ ਸਰਕਾਰ ਕੀ ਦੀ ਬਣਾ ਜਾਏਗਾ। ਅਜਿਹੇ ਦੇ ਵਿੱਚ ਤੁਹਾਨੂੰ ਫਿਰ ਤੋਂ ਇਹ ਅਪੀਲ ਕਰ ਰਹੇ ਹਾਂ ਕਿ ਜੇ ਤੁਸੀਂ ਆਪਣੀ ਵੋਟ ਜਿਹੜੀ ਹੈ ਉਹ ਪਾਉਣ ਦਾ ਮਨ ਬਣਾ ਰਹੇ ਹੋ, ਉਹਦੇ ਉੱਤੇ ਵਿਚਾਰ ਹੁਣ ਤੁਹਾਡੇ ਕੋਲ 2 ਦਿਨ ਬਚੇ ਨੇ, ਸੈਟਰਡੇ ਸੰਡੇ ਵੀਕਐਂਡ ਦੇ ਉੱਤੇ ਬੈਠ ਕੇ ਆਪਣੀ ਫੈਮਲੀਆਂ ਦੇ ਨਾਲ ਡਿਸਕਸ ਕਰੋ, ਔਰ ਤੁਸੀਂ ਇੰਡੀਵਿਜੂਅਲੀ ਕੀ ਸੋਚਦੇ ਹੋ ਵੋਟ ਪਾਉਣ ਦੇ ਲਈ, ਉਹ ਸਾਰੀਆਂ ਗੱਲਾਂ ਵੱਲ ਖਾਸ ਤੌਰ ਦੇ ਉੱਤੇ ਧਿਆਨ ਦਿਓ। ਪਰ ਵੋਟ ਆਪਣੀ ਜ਼ਰੂਰ ਪਾਉਣ ਜਾਇਓ, ਕਿਉਂਕਿ ਆਪਣੇ ਆਪ ਦੇ ਵਿੱਚ ਹੀ ਅਸੀਂ ਹਰ ਸ਼ਖਸ ਮਾਹਰ ਹਾਂ, ਆਪਣੇ ਆਪ ਦੇ ਵਿੱਚ ਹੀ ਐਕਸਪਰਟ ਹੈਗੇ ਹਾਂ ਕਿ ਅਸੀਂ ਇਸ ਚੀਜ਼ ਦਾ ਸੋਚ ਵਿਚਾਰ ਕਰ ਸਕੀਏ ਕਿ ਜੇ ਮੈਂ ਆਪਣੀ ਵੋਟ ਪਾਉਣੀ ਹੈ ਤਾਂ ਮੈਂ ਕਿਹਨੂੰ ਵੋਟ ਪਾ ਸਕਦੀ ਹਾਂ, ਕਿਹੜੀ ਪਾਰਟੀ ਮੇਰੀ ਬਿਹਤਰੀ ਬਾਰੇ ਸੋਚ ਸਕਦੀ ਹੈ। ਸੋ ਇਹ ਸੋਚ ਸਮਝ ਅਸੀਂ ਸਾਰੇ ਆਪਣੇ ਅੰਦਰ ਰੱਖਦੇ ਹਾਂ। ਸੋ ਇਹ ਜ਼ਰੂਰ ਸੋਚ ਸਮਝ ਆਪਣੀ ਕਰੋ, ਆਪਣੇ ਪਰਿਵਾਰ ਦੇ ਨਾਲ ਸੋਚ ਵਿਚਾਰ ਕਰੋ ਕਿ ਆਖਿਰਕਾਰ ਕਿਹੜੀ ਪਾਰਟੀ ਸਾਡੇ ਅੱਗੇ ਹਿੱਤ ਵਾਸਤੇ ਸੋਚ ਰਹੀ ਹੈ, ਤੇ ਆਪਣੀ ਵੋਟ ਹੱਕ ਦਾ ਇਸਤੇਮਾਲ ਜ਼ਰੂਰ ਕਰਿਓ। ਤੇ ਫਿਰ ਦੇਖਦੇ ਹਾਂ ਸੋਮਵਾਰ ਨੂੰ। ਮੈਂ ਤੁਹਾਨੂੰ ਦੱਸਦਾ ਕਿ ਚੈਨਲ ਪੰਜਾਬੀ ਲਗਾਤਾਰ ਜਿਹੜਾ ਹੈ ਸੋਮਵਾਰ ਸਵੇਰ ਤੋਂ ਲੈ ਕੇ ਰਾਤ ਤੱਕ, ਜਦੋਂ ਤੱਕ ਇਲੈਕਸ਼ਨ ਰਿਜ਼ਲਟ ਆਉਂਦੇ ਰਹਿਣਗੇ, ਅਸੀਂ ਲਗਾਤਾਰ ਲਾਈਵ ਜਿਹੜਾ ਹੈ ਉਹ ਹੁੰਦੇ ਰਵਾਂਗੇ, ਤੇ ਸਵੇਰ ਤੋਂ ਸਾਡੇ ਜਿਹੜੇ ਆ ਉਹ ਲਾਈਵ ਸ਼ੁਰੂ ਹੋ ਜਾਣੇ ਆ। ਜੁੜੇ ਰਹਿਣਾ ਨਾਲ, ਹਰ ਪਲ ਦਾ ਜਿਹੜਾ ਅਪਡੇਟ ਹੋਏਗਾ, ਇੱਕ ਸੈਕਿੰਡ, ਇੱਕ ਮਿੰਟ ਦਾ ਜਿਹੜਾ ਅਪਡੇਟ ਹੈ ਉਹ ਚੈਨਲ ਪੰਜਾਬੀ ਦੇ ਉੱਤੇ ਤੁਹਾਨੂੰ ਜਿਹੜਾ ਅਪਡੇਟ ਕੀਤਾ ਜਾਏਗਾ। ਸੋ ਜੁੜੇ ਰਹੋ ਨਾਲ। ਹੋ ਸਕਦਾ ਤੁਹਾਡੀ ਸਾਰਿਆਂ ਦੀ ਰਾਏ ਦੀ ਬਹੁਤ ਜ਼ਿਆਦਾ ਲੋੜ ਪਵੇ। ਲਾਈਵ ਫੋਨ ਕਾਲਸ ਹੈ ਜਿਹੜੀਆਂ ਉਹਨਾਂ ਦਾ ਵੀ ਅਸੀਂ ਇੰਤਜ਼ਾਮ ਕਰਾਂਗੇ, ਤੇ ਹਰ ਰਾਈਡਿੰਗ ਦੀ ਜਿਹੜੀ ਹੈ ਉਹ ਤੁਹਾਡੇ ਤੱਕ ਖਬਰ ਜਿਹੜੀ ਹੈ, ਰਿਪੋਰਟ ਹੈ, ਉਹ ਅਸੀਂ ਪਲ ਤੇ ਜਿਹੜਾ ਪਹੁੰਚਾਉਂਦੇ ਰਵਾਂਗੇ। ਸੋ ਅਖੀਰ ਤੱਕ, ਜਦੋਂ ਤੱਕ ਰਿਜ਼ਲਟ ਨਹੀਂ ਆਉਂਦੇ, ਤੁਹਾਨੂੰ ਹਰ ਅਪਡੇਟ ਜਿਹੜਾ ਚੈਨਲ ਪੰਜਾਬੀ ਦੇ ਹਰ ਪਲੇਟਫਾਰਮ ਦੇ ਉੱਤੇ ਮਿਲਦਾ ਰਹੇਗਾ। ਫੇਸਬੁੱਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ, TV ਦੇ ਉੱਤੇ ਦੇਖ ਸਕਦੇ ਹੋ, ਤੇ ਹਰ ਜਿਹੜਾ ਪਲੇਟਫਾਰਮ ਹੈ ਉੱਥੇ ਉਪਲਬਧ ਹੋਏਗੀ ਇਹ ਜਾਣਕਾਰੀ। ਸੋ ਦੇਖਦੇ ਹਾਂ ਸੋਮਵਾਰ ਨੂੰ ਫਿਰ ਜਿਹੜਾ ਹਿਸਟਰੀ ਹੈ ਉਹ ਕੈਨੇਡਾ ਦੀ ਕਿੱਧਰ ਨੂੰ ਜਾਂਦੀ ਹੈ, ਤੇ ਕੀ ਇਸ ਵਾਰ ਇਲੈਕਸ਼ਨ ਜਿਹੜੀਆਂ ਨੇ ਉਹ ਕਹਿੰਦੀਆਂ ਨੇ। ਜੁੜੇ ਰਹਿਣ ਨਾਲ। ਫਿਲਹਾਲ ਦੇ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।